का खालसा वाहिगुरु जी की फतेह। श्री गुरु ग्रंथ साहब दे अंग नंबर 341 ते हेठों 2 4 6 हेठों 8वीं पंक्ति है, 23 नंबर तो बाद दद्दा देख जो बिन संहारा, जस अदेख तस राख विचार। कहते जो तू देख रहे ना वो तो सब बिन संभाल, वो तो सब खत्म हो जाना है, वो तो नाश हो जाना है। जस अदेख, जस मैंने जेड़ा, अदेख जेड़ा दिसदा नहीं है, जो दिस रहा है वो तो नाश हो जाना। ਜਿਹੜਾ ਅਦੇਖ ਹੈ, ਜਿਹੜਾ ਦਿਸ ਨਹੀਂ ਰਿਹਾ, ਤਸ ਰਾਖ ਵਿਚਾਰ, ਉਹਨੂੰ ਮਨ 'ਚ ਤੂੰ ਰੱਖ, ਉਹਦਾ ਨਾਮ ਜਪ ਤੂੰ। ਤੇ ਅਦੇਖ ਹੈ ਪਰਮਾਤਮਾ। ਕਹਿੰਦੇ ਪਰਮਾਤਮਾ ਨੂੰ ਆਪਣੇ ਵਿਚਾਰ ਅਧੀਨ ਰੱਖ, ਭਾਵ ਪਰਮਾਤਮਾ ਦਾ ਵਿਚਾਰ ਕਰ, ਉਹਦਾ ਨਾਮ ਜਪ। 10ਵੇਂ द्वार कुंजी जब दीजे, कुंजी मैंने कुंजी। ਬਾਣੀ ਕਹਿੰਦੇ ਪਰਮਾਤਮਾ ਨੇ ਆਪਣੇ ਆਪ ਨੂੰ 10ਵੇਂ द्वार 'ਚ ਬੰਦ ਕਰ ਲਿਆ, ਬਾਹਰੋਂ ਲਾਤਾ ਜਿੰਦਰਾ। ਉਹ ਜਿੰਦਰੇ ਦੀ ਕੁੰਜੀ ਜਿਹੜੀ ਹੈ ਉਹ ਦਿੱਤੀ ਗੁਰੂ ਨੂੰ, ਕੁੰਜੀ ਗੁਰ ਸੰਪਾਈ, ਕੁੰਜੀ ਗੁਰੂ ਨੂੰ ਦਿੱਤੀ। ਬਈ ਮੇਰਾ ਜਿਹੜਾ ਜਿੰਦਰਾ ਹੈ ਇਹ ਗੁਰੂ ਦੀ ਕੁੰਜੀ ਨਾਲ ਖੁੱਲ੍ਹਣਾ ਹੈ, ਹੋਰ ਕਿਸੇ ਤੱਕ ਖੁੱਲ੍ਹਦਾ ਨਹੀਂ ਹੈ। 10ਵੇਂ द्वार ਕੁੰਜੀ ਜਬ ਦੀਜੈ, ਜਦ ਤੁਸੀਂ 10ਵੇਂ द्वार 'ਚ ਕੁੰਜੀ ਲਾਓਗੇ ਨਾ, ਜਿਹੜੇ ਜਿੰਦਰਾਂ ਨੂੰ ਕੁੰਜੀ ਲਾਓਗੇ, ਤਾਂ ਦਿਆਲ ਕੋ ਦਰਸ਼ਨ ਕੀਜੈ, ਤਾਂ ਤੁਸੀਂ ਦਿਆਲੂ ਪਰਮਾਤਮਾ ਦੇ ਦਰਸ਼ਨ ਕਰੋ। ਜੋ ਕੁੰਜੀ ਕਾਹਦੀ? ਨਾਮ ਦੀ। ਨਾਮ ਜਪ ਜਪ ਕੇ ਹੀ ਅਸੀਂ 10ਵੇਂ द्वार ਦੇ ਦਰਵਾਜ਼ੇ ਖੋਲ੍ਹ ਸਕਦੇ ਹਾਂ, ਉਂਝ ਕਿਸੇ ਤਰੀਕੇ ਨਾਲ ਨਹੀਂ ਖੋਲ੍ਹਦੇ। ਸੋ ਨਾਮ ਦੀ ਕੁੰਜੀ ਲਾਉਣੀ, ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਇੱਕ ਸਮਾਂ ਆਵੇਗਾ ਜਦ 10ਵੇਂ द्वार ਖੁੱਲ੍ਹ ਜਾਏਗਾ ਤੇ ਤੁਸੀਂ ਉਹਦੇ ਵਿੱਚ ਐਂਟਰ ਕਰ ਜਾਓਗੇ ਤੇ ਉੱਥੇ ਪਰਮਾਤਮਾ ਰਹਿੰਦਾ, ਉਹਦੇ ਦਰਸ਼ਨ ਹੋ ਜਾਣਗੇ। ਤਾਂ ਦਿਆਲ ਕੋ ਦਰਸ਼ਨ ਕੀਜੈ, ਉਸ ਦਿਆਲੂ ਪ੍ਰਭੂ ਦੇ ਫਿਰ ਤੁਸੀਂ ਦਰਸ਼ਨ ਕਰ ਲਓਗੇ। ਤਦਾ ਅਰਧ ਉਰਧ ਨਵੇਰਾ, ਅਰਧ ਨੀਵੀਂ ਜਿਹੜਾ ਹੁੰਦਾ ਹੈ, ਉਰਧ ਜੋ ਉੱਚਾ ਹੁੰਦਾ ਹੈ, ਭਾਵ ਜੀਵ ਆਤਮਾ। ਅਰਧ ਉਰਧ ਭਾਵ ਪਰਮਾਤਮਾ। ਜਦੋਂ ਜੀਵ ਆਤਮਾ ਸਿਮਰਨ ਕਰਦੀ ਕਰਦੀ ਪਰਮਾਤਮਾ ਤੱਕ ਪਹੁੰਚਦੀ ਹੈ, ਨਵੇਰਾ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਂਦਾ। ਇਹਦਾ ਨਵੇੜਾ ਹੋ ਜਾਂਦਾ, ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਜਦੋਂ ਜੀਵ ਆਤਮਾ ਪਰਮਾਤਮਾ ਤੱਕ ਪਹੁੰਚਦੀ। ਅਰਧ ਉਰਧ ਮੰਝ ਵਸਿਆ। ਇਹ ਜਿਹੜਾ ਅਰਧ ਹੈ ਜੀਵ ਆਤਮਾ ਹੈ, ਉਰਧ ਪਰਮਾਤਮਾ ਦੇ ਵਿੱਚ, ਮੰਝ ਵਿੱਚ। ਇਸ ਜੀਵ ਆਤਮਾ ਦਾ ਬਸੇਰਾ ਪਰਮਾਤਮਾ ਦੇ ਵਿੱਚ ਹੋ ਜਾਂਦਾ, ਕਿਉਂਕਿ ਅਸੀਂ ਉਸਨੂੰ ਮਿਲ ਪਏ, ਉਹਦੇ ਨਾਲ ਮੇਲ ਹੋ ਜਾਂਦਾ। ਅਰਧ ਛਾੜ ਉਰਧ ਜੋ ਆਵਾ, ਤੋ ਅਰਧ ਉਰਧ ਮਿਲਿਆ ਸੁਖ ਪਾਵਾ। ਅਰਧ ਛਾੜ, ਇਹ ਨਿਵਾਣ ਨੂੰ ਛੱਡ ਕੇ ਜਦੋਂ ਬੰਦਾ ਉਚਾਨ ਉਰਧ ਉਚਾਨ ਨੂੰ ਆਉਂਦਾ ਹੈ, ਇਸ ਵੇਲੇ ਸਾਡੀ ਬਿਰਤੀਆਂ ਨਿਵਾਣ ਵੱਲ ਹੁਣ। ਆ ਬਾਣੀ ਪੜ੍ਹ ਕੇ ਨਾਮ ਜਪ ਕੇ ਅਸੀਂ ਉਚਾਨ ਵੱਲ ਨੂੰ ਜਾਣਾ ਚਾਹੁੰਦੇ, ਯਤਨ ਕਰਦੇ। ਜਦੋਂ ਕਹਿੰਦੇ ਇਹ ਅਰਧ ਛਾੜ, ਇਸ ਨਿਵਾਣ ਨੂੰ ਛੱਡ ਕੇ ਇਹ ਜੀਵ ਆਤਮਾ ਜੋ ਉਰਧ ਉੱਪਰ ਪਰਮਾਤਮਾ ਤੱਕ ਜਾਂਦੀ ਹੈ ਨਾ, ਤਾਂ ਅਰਧ ਉਰਧ ਮਿਲਿਆ ਸੁਖ ਪਾਵਾ। ਤਾਂ ਫਿਰ ਜਦੋਂ ਇਹ ਜੀਵ ਆਤਮਾ ਪਰਮਾਤਮਾ 'ਚ ਮਿਲ ਜਾਂਦੀ, ਫਿਰ ਸੁੱਖ ਦੀ ਪ੍ਰਾਪਤੀ ਹੁੰਦੀ। ਅਸੀਂ ਨਿਵਾਣ ਵੱਲ ਹਾਂ, ਇਹ ਬਾਣੀ ਤੇ ਨਾਮ ਨੇ ਸਾਨੂੰ ਉਚਾਣ ਵੱਲ ਲੈ ਕੇ ਜਾਣਾ। ਪਰਮਾਤਮਾ ਹੈ ਸਮਝ ਅਸੀਂ ਨੀਵੇਂ ਥਾਂ 'ਤੇ ਹਾਂ ਤੇ ਪਰਮਾਤਮਾ ਉੱਚੇ ਥਾਂ 'ਤੇ। ਕੋਈ ਪੌੜੀ ਨਹੀਂ ਹੈ ਕਿ ਸੰਸਾਰ ਦੀ ਜਿਹੜੀ ਲਾ ਕੇ ਉਹਦੇ ਤੱਕ ਪਹੁੰਚ ਜਾਵੇ। ਨਾਮ ਦੀ ਇੱਕ ਪੌੜੀ ਹੈ, ਨਾਮ ਜਪੀ ਜੋ ਕਿ ਤੁਸੀਂ ਉਸ ਤੱਕ ਪਹੁੰਚ ਜਾਓ। ਬੇਟਾ ਨੂੰ
ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਬਾਈ। ਨਿਰਖਤ ਹੁੰਦਾ ਦੇਖਣਾ, ਉਡੀਕ ਕਰਨੀ ਕਿਸੇ ਦੀ ਵੀ ਆਊਗਾ, ਆਵੇਗਾ, ਆਵੇਗਾ। ਨਿਸ ਦਿਨ, ਦਿਨ ਰਾਤ। ਹਿੰਦੀ ਦਾ ਸ਼ਬਦ ਹੈ ਨਿਸ਼ੀ। ਸਪੈਲਿੰਗ ਹਿੰਦੀ ਵਾਲੇ ਨੰਨ ਨਸਿਆਰੀ ਸੁਸੇ ਨਿਸ਼ੀ ਭਾਵ ਨਿਸ, ਰਾਤ। ਜਿਹੜਾ ਦਿਨ ਰਾਤ ਪਰਮਾਤਮਾ ਦਾ ਰਾਤ ਤੱਕਦਾ ਰਹਿੰਦਾ ਵੀ ਆਏਗਾ, 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 ਆਏਗਾ। ਨਿਰਖਤ ਨੈਣ ਰਹੇ ਰਤਬਾਈ। ਰਾਤ ਤੱਕਦਿਆਂ ਤੱਕਦਿਆਂ ਜਿਹੜੀਆਂ ਅੱਖਾਂ ਨੇ ਨਾ, ਉਹ ਪਿਆਰ ਨਾਲ ਲਾਲ ਸੁਰਖ ਹੋ ਜਾਂਦੀਆਂ। ਰਤਬਾਈ ਰਤ ਲਹੂ ਨਾ, ਰਤਬਾਈ ਲਹੂ ਵਰਗੇ ਲਾਲ ਲਾਲ, ਪਿਆਰ ਚੋਂ ਲਾਲ ਹੋ ਜਾਂਦੀਆਂ। ਜਿਹੜਾ ਪਰਮਾਤਮਾ ਦੀ ਉਡੀਕ ਕਰਦਾ ਰਹਿੰਦਾ, ਤੱਕਦਾ ਰਹਿੰਦਾ, ਆਵੇਗਾ, ਆਵੇਗਾ। ਨਿਰਖਤ ਨਿਰਸ ਜਬ ਜਾਏ ਪਾਵਾ। ਜਿਹੜਾ ਪਰਮਾਤਮਾ ਨੂੰ ਤੱਕਦਿਆਂ ਤੱਕਦਿਆਂ ਉਸ ਨੂੰ ਜਾ ਕੇ ਮਿਲ ਪੈਂਦਾ ਨਾ, ਤਬ ਲੈ ਨਿਰਖ ਹੈ ਨਿਰਖ ਬਣਾ। ਤਾਂ ਫਿਰ ਦੇਖਣ ਵਾਲਾ ਜਿਹੜਾ ਸੀ, ਨਿਰਖ ਕਰਨ ਵਾਲਾ ਸੀ, ਉਡੀਕ ਕਰਨ ਵਾਲਾ ਸੀ, ਉਹ ਨਿਰਖ ਦੇ ਵਿੱਚ ਜਾ ਕੇ ਮਿਲ ਜਾਂਦਾ, ਪਰਮਾਤਮਾ ਦੇ ਵਿੱਚ ਮਿਲ ਜਾਂਦਾ, ਜਿਹਦੀ ਉਡੀਕ ਕਰ ਰਿਹਾ ਸੀ। ਸੋ ਉਡੀਕ ਕਰਦੇ ਰਹਿਣਾ ਵੀ ਕਦੇ ਤਾਂ ਪਰਮਾਤਮਾ ਆਵੇਗਾ, ਕਦੇ ਤਾਂ ਆਵੇਗਾ। ਅਸੀਂ ਪਰਮਾਤਮਾ ਤੱਕ ਨਹੀਂ ਪਹੁੰਚਦੇ, ਪਰਮਾਤਮਾ ਨੇ ਸਾਨੂੰ ਮਿਲਣ ਆਉਣਾ। ਖਿਆਲ ਰੱਖਣਾ, ਕਿਉਂਕਿ ਉਹ ਤਾਂ ਬਹੁਤ ਉੱਚਾ ਹੈ। ਜਦੋਂ ਫਿਰ ਸਾਡਾ ਉਹਦੇ ਨਾਲ ਪਿਆਰ ਹੋ ਜਾਏਗਾ, ਫਿਰ ਪਿਆਰ 'ਚ ਆਪਣਾ ਤੇ ਬੇਗਾਨਾ ਖਤਮ ਹੋ ਜਾਂਦਾ। ਜਿੱਥੇ ਪਿਆਰ ਹੁੰਦਾ ਫਿਰ ਉੱਥੇ ਪਰਮਾਤਮਾ ਹੁੰਦਾ। ਆਮ ਲਿਖਿਆ ਲਵ ਇਜ਼ ਗੋਡ, ਗੋਡ ਇਜ਼ ਲਵ। ਪਿਆਰ ਇੱਕ ਵਾਰੀ ਦਸਮ ਪਾਤਸ਼ਾਹ ਦਾ ਦਰਬਾਰ ਲੱਗਾ। ਅੱਜ ਜਿਹੜੀ ਆਪਣੀ GT ਰੋਡ ਹੈ, ਜਰਨੈਲੀ ਸੜਕ, ਇਹ ਕਲਕੱਤੇ ਤੋਂ ਪਿਸ਼ਾਵਰ, ਅੰਮ੍ਰਿਤਸਰ ਤੋਂ ਅੱਗੇ ਲਾਹੌਰ, ਲਾਹੌਰ ਤੋਂ ਅੱਗੇ ਪਿਸ਼ਾਵਰ, ਉੱਥੋਂ ਤੱਕ ਜਾਂਦੀ। ਸ਼ੇਰ ਸ਼ਾਹ ਸੂਰੀ ਨੇ ਬਣਾਈ ਸੀ। ਸ਼ੇਰ ਸ਼ਾਹ ਸੂਰੀ ਦਾ ਰਾਜ ਹੋਇਆ ਸੀ 1540 ਤੋਂ ਲੈ ਕੇ 1545 ਈਸਵੀ ਤੱਕ, 5 ਸਾਲ ਰਿਹਾ। ਉਹਦੇ ਵੇਲੇ ਬਹੁਤ ਚੋਰੀਆਂ ਦੇਸ਼ 'ਚ ਹੋਇਆ ਕਰਦੀਆਂ ਸਨ। ਜਦੋਂ ਸ਼ੇਰ ਸ਼ਾਹ ਸੂਰੀ ਰਾਜਾ ਬਣਿਆ, ਉਹਨੇ ਜਿੰਨੇ ਥਾਣੇਦਾਰ ਸਨ ਅਤੇ ਨੰਬਰਦਾਰ ਸਨ, ਉਹਦੇ ਸਰਪੰਚ ਨੇ ਸਨ, ਸਾਰਿਆਂ ਨੂੰ ਚਿੱਠੀਆਂ ਕੱਢਤੀਆਂ ਕਿ ਜਿਹਦੇ ਇਲਾਕੇ 'ਚ ਚੋਰੀ ਹੋ ਗਈ, ਅਗਰ 7 ਦਿਨਾਂ ਦੇ ਵਿੱਚ ਵਿੱਚ ਤੁਸੀਂ ਚੋਰ ਨਾ ਲੱਭਿਆ, ਤੁਹਾਨੂੰ ਦੋਨਾਂ ਨੂੰ ਪਿੰਡ ਦੇ ਚੌਂਕ ਵਿੱਚ ਫਾਂਸੀ ਟੰਗ ਦਿੱਤਾ ਜਾਏ। ਉਹਨੇ 300 ਨੰਬਰਦਾਰ ਤੇ 300 ਥਾਣੇਦਾਰ ਫਾਂਸੀ ਟੰਗ ਤੇ ਪਤਾ ਨਹੀਂ ਚੋਰ ਕਿੱਧਰ ਨੂੰ ਭੱਜ ਪੁੱਜ ਗਏ। ਤੇ ਉਹਨੇ ਹੁਕਮ ਕਰਤਾ, ਹਿੰਦੁਸਤਾਨ ਦੇ ਵਿੱਚ, ਮੇਰੇ ਰਾਜ ਦੇ ਵਿੱਚ ਕੋਈ ਜਿੰਦਰਾ ਨਹੀਂ ਮਾਰੇਗਾ ਘਰ ਨੂੰ, ਮੈਂ ਦੇਖਦਾ ਕੌਣ ਚੋਰੀ ਕਰਦਾ। ਅਗਰ ਸਰਕਾਰਾਂ ਕਿਸੇ ਗੱਲ ਦੇ ਆ ਜਾਣ ਨਾ ਤੇ ਕਰ ਸਕਦੇ, ਇਹ ਤੇ ਕਰਦੇ ਹੀ ਨਹੀਂ ਹੈਗੇ। 5 ਸਾਲ ਦੇ ਵਿੱਚ ਕਿੱਥੇ ਕਲਕੱਤਾ, ਕਿੱਥੇ ਪਿਸ਼ਾਵਰ, ਉੱਥੋਂ ਤੱਕ ਦਾ ਐਡਾ ਚੌੜਾ ਨੇ ਰਾਹ ਬਣਾਤਾ ਸੀ। ਉਹਦਾ ਰਾਹ ਕੱਚਾ ਸੀ, ਪੱਕਾ ਨਹੀਂ ਸੀ ਹੋਇਆ। ਸੋ ਪਿਸ਼ਾਵਰ ਦਾ ਇੱਕ ਪਰਿਵਾਰ ਦਸਮ ਪਾਤਸ਼ਾਹ ਨੂੰ ਮਿਲਣ ਆਇਆ। ਉਹਨਾਂ ਦੇ ਨਾਲ ਉਹਨਾਂ ਦਾ ਇੱਕ ਲੜਕਾ ਸੀ 14 ਕੁ ਸਾਲ। ਦਸਮ ਪਾਤਸ਼ਾਹ ਕਹਿੰਦੇ, ਕਾਕਾ ਤੇਰਾ ਕੀ ਨਾਂ ਹੈ? ਕਹਿੰਦੇ ਜੀ ਮੇਰਾ ਨਾਂ ਜੋਗਾ। ਕਾਕਾ ਤੂੰ ਕਿਹਦੇ ਜੋਗਾ? ਕਹਿੰਦਾ ਮੈਂ ਗੁਰੂ ਜੋਗਾ। ਕਹਿੰਦੇ ਅੱਛਾ, ਜੇ ਤੂੰ ਗੁਰੂ ਜੋਗਾ, ਗੁਰੂ ਤੇਰੇ ਜੋਗਾ। ਧਿਆਨ ਦੇਣਾ, ਦੋਨਾਂ ਨੇ ਵਾਅਦਾ ਕਰ ਲਿਆ। ਕਹਿੰਦਾ ਮੈਂ ਗੁਰੂ ਜੋਗਾ ਤੇ ਗੁਰੂ ਕਹਿੰਦੇ ਤੇਰੇ ਜੋਗਾ। ਸਮਾਂ ਬੀਤਦਾ ਗਿਆ, ਜਵਾਨ ਹੋ ਗਿਆ ਲੜਕਾ। ਮਾਂ ਪਿਓ ਆਏ ਜੀ ਅਸੀਂ ਬੱਚੇ ਦੀ ਸ਼ਾਦੀ ਕਰਨੀ ਹੈ, ਸਾਨੂੰ ਲਿਜਾਣ ਦਿਓ। ਕਹਿੰਦੇ ਲੈ ਜਾਓ ਭਾਈ, ਸਿੱਖ ਧਰਮ ਕ੍ਰਿਸਤੀਆਂ ਦਾ ਧਰਮ।
ਪਰ ਵਿਆਹ ਤੋਂ ਪਹਿਲਾਂ ਸਾਨੂੰ ਦੱਸ ਜ਼ਰੂਰ ਜਾਏ। ਮੰਗਣਾ ਹੋ ਗਿਆ, ਵਿਆਹ ਦੀ ਤਰੀਕ ਨਿਸ਼ਚਿਤ ਹੋ ਗਈ, ਪਿਤਾ ਆਇਆ ਹੈ, ਜਿਸ ਬੱਚੇ ਦੀ ਅਸੀਂ ਮੰਗਣੀ ਕਰਦੇ ਫਲਾਣੀ ਤਰੀਕ ਨੂੰ ਵਿਆਹ ਹੈ। ਗੁਰੂ ਮਹਾਰਾਜ ਤਰੀਕ ਲਿਖ ਲਈ, ਕਿੱਥੇ ਵਿਆਹ ਹੈ ਉਹ ਪਿੰਡ ਲਿਖ ਲਿਆ, ਕਿੰਨਾਂ ਦੀ ਕੁੜੀ ਨਾਲ ਵਿਆਹ ਹੈ ਬਾਪ ਦਾ ਨਾਂ ਲਿਖ ਲਿਆ, ਸਾਰਾ ਪਤਾ ਕਰ। ਚਲੋ ਭਾਈ, ਵਧਾਈਆਂ ਭਾਈ, ਤੁਸੀਂ ਪਰਮਾਤਮਾ ਕਰੇ ਸ਼ਾਦੀ ਦੇ ਰਸਮਾਂ ਠੀਕ ਹੋ ਜਾਣ। ਉਹ ਚਲੇ ਗਏ। ਜਿਸ ਦਿਨ ਵਿਆਹ ਹੋਣਾ ਸੀ, ਹੁਣ ਗੁਰੂ ਮਹਾਰਾਜ ਇਮਤਿਹਾਨ ਲੈਣਾ ਸੀ। ਉਹ ਕਹਿੰਦਾ ਮੈਂ ਗੁਰੂ ਜੋਗਾ। ਇਮਤਿਹਾਨ ਲੈ ਬਣੇ ਕਿਵੇਂ ਗੱਲ ਬਣਦੀ? ਇਮਤਿਹਾਨ ਲੈ ਕੇ ਤਾਂ ਹੀ ਪਤਰ ਪਾਸ ਹੋਇਆ ਕਿ ਫੇਲ ਹੋਇਆ। ਦਸਮ ਪਾਤਸ਼ਾਹ ਨੇ ਇੱਕ ਸਿੰਘ ਨੂੰ ਘੋੜਾ ਦਿੱਤਾ, ਨਾਲ ਦੇਤੀ ਚਿੱਠੀ। ਚਿੱਠੀ 'ਚ ਲਿਖਿਆ ਸੀ, ਜੋਗਾ ਸਿੰਘ ਤੂੰ ਜਿੱਥੇ ਵੀ ਹੈ ਔਰ ਜੋ ਵੀ ਤੂੰ ਕੰਮ ਕਰ ਰਹੇ, ਚਿੱਠੀ ਮਿਲਦੇ ਸਾਰ ਉਸੇ ਵੇਲੇ ਛੱਡ ਕੇ ਵਾਪਸ ਅਨੰਦਪੁਰ ਸਾਹਿਬ ਆ ਜਾ। ਤੇ ਉਸ ਨੂੰ ਕਹਿਤਾ ਵੀ ਆਹ ਐਡਰੈਸ ਉਹਨਾਂ ਦੇ ਪਿੰਡ 'ਚ, ਉੱਥੇ ਪਹੁੰਚ ਜਾਣਾ। ਜਦੋਂ ਆਨੰਦ ਕਾਰਜ ਹੋਣ ਲੱਗਣਗੇ, ਤੂੰ ਵੀ ਵਿੱਚ ਸੰਗਤ ਦੇ ਜਾ ਬੈਠੀ। ਸਿੰਘ ਨੂੰ ਕਹਿੰਦੇ ਜਦੋਂ ਚੌਥੀ ਲਾਉਣ ਲਈ ਖੜਾ ਹੋਵੇਗਾ ਜੋਗਾ ਸਿੰਘ, ਇਹ ਸਾਡੀ ਚਿੱਠੀ ਦੇ ਦੀ, ਤੇ ਨਾਲ ਇਹ ਕਹੀਂ ਵੀ ਦਸਮ ਪਾਤਸ਼ਾਹ ਦੀ ਚਿੱਠੀ ਉਹਨੇ ਕਿਹਾ ਇਹਨੂੰ ਹੁਣੇ ਪੜ੍ਹ ਲੈ। ਜਦੋਂ ਚੌਥੀ 3 ਲਾਵਾਂ ਹੋ ਗਏ, ਚੌਥੀ ਲਾਉਣ ਲਈ ਜੋਗਾ ਸਿੰਘ ਖੜਾ ਹੋਇਆ, ਉਹਨੇ ਚਿੱਠੀ ਦੇ ਕਹਿੰਦਾ ਵੀ ਦਸਮ ਪਾਤਸ਼ਾਹ ਨੇ ਚਿੱਠੀ ਭੇਜੀ, ਇਹਨੂੰ ਹੁਣੇ ਪੜ੍ਹ ਲੈ। ਉਹਨੇ ਪੜ੍ਹਿਆ, ਉਹ 'ਚ ਲਿਖਿਆ ਸੀ, ਜੋਗਾ ਸਿੰਘ ਤੂੰ ਜਿੱਥੇ ਵੀ ਹੈ, ਜਿਹੜਾ ਵੀ ਕੰਮ ਕਰ ਰਹੇ, ਵਿੱਚ ਹੀ ਛੱਡ ਕੇ ਵਾਪਸ ਆ ਜਾ। ਉਹ ਕਹਿੰਦਾ ਜੀ ਮੈਂ ਚੌਥੀ ਲਾਂ ਨਹੀਂ ਲੈਣੀ, ਮੈਨੂੰ ਸੁਨੇਹਾ ਆ ਗਿਆ ਹੈ, ਮੈਂ ਚੱਲਿਆ। ਦੋਨੋਂ ਪਾਸੇ ਲੜਕੇ ਲੜਕੀ ਵਾਲੇ ਕਹਿੰਦੇ ਭਾਈ ਇੱਕੋ ਲਾਂ ਰਹਿ ਗਈ, ਬਸ 2 ਮਿੰਟਾਂ ਦੀ ਗੱਲ ਹੈ, ਤੂੰ 2 ਮਿੰਟ ਠਹਿਰ ਜਾ, ਇਹ ਲਾਵਾਂ ਪੂਰੇ ਚਲੇ ਕਰਨਾ। ਮੈਨੂੰ ਹੁਕਮ ਹੈ ਕਿ ਹੁਣੇ ਆ ਜਾ, ਇਸ ਲਈ ਮੈਂ ਚੱਲਿਆ। ਤੇ ਪਿੱਛੇ ਛੱਡ ਕੇ ਉੱਥੋਂ ਘੋੜੇ ਚੜ੍ਹ ਕੇ ਤੁਰ ਪਿਆ। ਭਜਾਈ ਆਉਂਦਾ ਨਾ ਕਿਹਾ ਸੀ ਵੀ ਛੇਤੀ ਪਹੁੰਚਣਾ। ਹੁਸ਼ਿਆਰਪੁਰ ਤੱਕ ਆ ਗਏ, ਸ਼ਾਮ ਤੱਕ ਰਾਤ ਪੈ ਗਈ। ਕਹਿੰਦੇ ਇੱਥੇ ਕਿਤੇ ਠਹਿਰ ਜਾਂਦੇ, ਵੀ ਦਿਨ ਚੜ੍ਹੇਗਾ ਫਿਰ ਅੱਗੇ ਚੱਲ ਪਾਂਗੇ। ਤਾਂ ਰਾਤ ਪੈ ਗਈ। ਫਿਰ ਰਾਤ ਸੋਚਦਾ ਹੁੰਦਾ ਵੀ ਜੋਗਾ ਸਿਆ ਤੇਰੇ ਵਰਗਾ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇਗਾ, ਜਿਹੜਾ ਚੌਥੀ ਲਾਂ ਵਿੱਚ ਹੀ ਛੱਡ ਕੇ ਆ ਗਿਆ। ਹਉਮੈ ਆ ਗਈ, ਹਉਮੈ ਆ ਗਈ ਵੀ ਮੇਰੇ ਵਰਗਾ ਹੋਰ ਗੁਰੂ ਦਾ ਕੋਈ ਸਿੱਖ ਨਹੀਂ ਹੈ। ਹਰ ਜੀ ਅਹੰਕਾਰ ਨਾ ਭਾਵੇ, ਪਰਮਾਤਮਾ ਜਾਂ ਗੁਰੂ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਹੰਕਾਰ ਆ ਗਿਆ ਵੀ ਮੇਰੇ ਵਰਗਾ ਵੀ ਕੋਈ ਹੋਰ ਸਿੱਖ ਹੋਵੇਗਾ। ਹੰਕਾਰ ਆਉਣ ਨਾਲ ਮਾਇਆ ਦਾ ਪਰਦਾ ਪੈ ਗਿਆ। ਉਹਨੂੰ ਭੁੱਲ ਹੀ ਗਿਆ ਕਿ ਮੈਂ ਅਨੰਦਪੁਰ ਸਾਹਿਬ ਜਾਣਾ। ਉਹ ਜਿਸ ਗਲੀ ਚੋਂ ਲੰਘ ਰਿਹਾ ਸੀ, ਉਹ ਕੁਦਰਤੀ ਬੇਸਵਾਵਾਂ ਦੀ ਗਲੀ ਸੀ। ਉਹ ਹਾਵ ਭਾਵ ਕਰ ਦਿਆ ਸੀ। ਉਹਨੇ ਕਿਹਾ ਵੀ ਐਸ ਕੋਠੇ ਤੇ ਚੜ੍ਹ ਜਾਣਾ ਮੈਂ। ਦਸਮ ਪਾਤਸ਼ਾਹ ਨੇ ਅਨੰਦਪੁਰ ਸੇ ਦੇਖਿਆ ਮੇਰਾ ਸਿੱਖ ਢੋਲਣ ਲੱਗਾ ਹੈ। ਦਸਮ ਪਾਤਸ਼ਾਹ ਪਹਿਰੇਦਾਰ ਦਾ ਰੂਪ ਧਾਰ ਕੇ ਹੱਥ 'ਚ ਬਰਛਾ ਲੈ ਕੇ ਉਹ ਪੌੜੀ ਦੇ ਅੱਗੇ ਖਲੋ ਗਏ। ਜਦੋਂ ਉਹ ਪੌੜੀਆਂ ਚੜ੍ਹਨ ਲੱਗਾ, ਜੋਗਾ ਸਿੰਘ ਕਹਿੰਦੇ ਕਾਕਾ ਇੱਕ ਸੇਠ ਉੱਪਰ ਗਿਆ ਹੋਇਆ, ਤੂੰ ਘੰਟੇ ਡੇਢ ਨੂੰ ਆਈ। ਜੋਗਾ ਸਿੰਘ ਲਾ ਰਿਹਾ ਗਲੀਆਂ 'ਚ ਚੱਕਰ। ਜਦੋਂ ਜੋਗਾ ਸਿੰਘ ਮੁੜ ਕੇ ਆਇਆ 1.5 ਘੰਟੇ ਬਾਅਦ, ਕਹਿੰਦੇ ਕਾਕਾ ਤੂੰ 2 ਮਿੰਟ ਲੇਟ ਹੋ ਗਿਆ, ਹੁਣੇ ਇੱਕ ਹੋਰ ਉੱਪਰ ਚਲਿਆ ਗਿਆ ਹੈ, ਤੂੰ ਅਜੇ ਗੇੜਾ ਲਾ। ਐਂ ਉਹਦੇ ਸਾਰੀ ਰਾਤ ਗੇੜੇ ਲਵਾਤੇ, ਜੋਗਾ ਸਿੰਘ ਉੱਪਰ ਹੀ ਚੜ੍ਹ ਦਿੱਤਾ। ਜਦੋਂ ਅੰਮ੍ਰਿਤ ਵੇਲਾ ਹੋਇਆ, ਦਸਮ ਪਾਤਸ਼ਾਹ ਜਿੰਨਾ ਭੇਸ ਬਦਲਿਆ ਹੋਇਆ ਸੀ ਨਾ, ਉਹ ਕਹਿੰਦੇ ਕਾਕਾ ਤੇਰੀ ਸ਼ਕਲ ਸੂਰਤ ਕੱਪੜੇ ਤੋਂ ਐਨਾ ਜਿਵੇਂ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੋਵੇਂ। ਜਿਉਂ ਹੀ ਕਹਿਣਾ ਤੂੰ ਗੁਰੂ ਗੋਬਿੰਦ ਦਾ ਸਿੱਖ ਹੈ, ਉਹ ਸਾਰਾ ਮਾਇਆ ਦਾ ਪਰਦਾ ਲੈ ਗਿਆ। ਤੇ ਉਹਨੇ ਕਿਹਾ ਵੀ ਉਹ ਇਹ ਤਾਂ ਬੜਾ ਵੱਡਾ ਜ ਪਾਪ ਹੋ ਚੱਲਿਆ ਸੀ। ਉੱਥੋਂ ਹੀ ਭੱਜ ਲਿਆ, ਫਿਰ ਘੋੜਾ ਭਜਾ ਲਿਆ।
10 ਕੁ ਵਜੇ ਜਿਹੜਾ ਹੈ ਆਨੰਦਪੁਰ ਚ ਪਹੁੰਚ ਗਿਆ। ਅੱਗੇ ਦਸਮ ਪਾਤਸ਼ਾਹ ਦਾ ਦਰਬਾਰ ਲੱਗਾ ਹੋਇਆ। ਜਦੋਂ ਜੋਗਾ ਸਿੰਘ ਨੇ ਆ ਕੇ ਮੱਥਾ ਟੇਕਿਆ, ਦਸਮ ਪਾਤਸ਼ਾਹ ਨੇ ਨਾ ਉਬਾਸੀ ਲਈ। ਜੋਗਾ ਸਿੰਘ ਕਹਿੰਦਾ, ਮਹਾਰਾਜ ਜੀ ਕੀ ਗੱਲ ਰਾਤੀ ਸੁੱਤੇ ਨਹੀਂ? ਕਹਿੰਦੇ, ਜੋਗਾ ਸਿੰਘ, ਸਾਡਾ ਇੱਕ ਸਿੱਖ ਹੁਸ਼ਿਆਰਪੁਰ ਦੀਆਂ ਗਲੀਆਂ 'ਚ ਪਤਿਤ ਹੋਣ ਲੱਗਾ ਸੀ। ਅਸੀਂ ਸਾਰੀ ਰਾਤ ਉਹਨੂੰ ਬਚਾਉਣ ਲਈ ਪਹਿਰਾ ਦਿੰਦੇ ਰਹੇ ਤੇ ਉਹਨੂੰ ਸਮਝ ਆ ਗਈ ਵੀ ਉਹ ਬਸ ਫਿਰ ਸਿਰ ਜਿਹੜਾ ਹੈ ਗੁਰੂ ਮਹਾਰਾਜ ਦੇ ਚਰਨਾਂ 'ਤੇ ਰੱਖਦਾ, ਰੋਈ ਜਾਂਦਾ, ਚਰਨ ਧੋਤੇ ਰੋ ਗੁਰੂ ਮਹਾਰਾਜ ਦੇ ਸਿਰ 'ਤੇ ਹੱਥ ਰੱਖਿਆ, ਉਠਾਇਆ। ਕਹਿੰਦੇ, ਜੋਗਾ ਸਿੰਘ, ਅੱਜ ਤੋਂ ਕਈ ਸਾਲ ਪਹਿਲਾਂ ਮੈਂ ਤੈਨੂੰ ਕਿਹਾ ਸੀ ਤੇਰਾ ਕਾਕਾ ਕੀ ਨਾਂ ਹੈ? ਤੂੰ ਕਿਹਾ ਸੀ ਮੇਰਾ ਨਾਮ ਜੋਗਾ ਸਿੰਘ। ਤੇ ਮੈਂ ਕਿਹਾ ਸੀ ਤੂੰ ਕਿਹਦੇ ਜੋਗਾ? ਤੇ ਤੂੰ ਕਿਹਾ ਸੀ ਮੈਂ ਗੁਰੂ ਜੋਗਾ। ਤੇ ਮੈਂ ਕਿਹਾ ਸੀ ਜੇ ਤੂੰ ਗੁਰੂ ਜੋਗਾ, ਗੁਰੂ ਤੇਰੇ ਜੋਗਾ। ਤੂੰ ਮੇਰੇ ਕਹਿਣ ਤੇ ਚੌਥੀ ਲਾਮ ਵਿੱਚ ਹੀ ਛੱਡ ਕੇ ਆ ਗਿਆ। ਇਸ ਲਈ ਤੇਰੀ ਇੱਜ਼ਤ ਰੱਖਣ ਲਈ ਕਿ ਹੁਣ ਮੇਰਾ ਫਰਜ਼ ਬਣਦਾ, ਮੈਂ ਸਾਰੀ ਰਾਤ ਉੱਤੇ ਪਹਿਰਾ ਦਿੱਤਾ ਕਿ ਮੇਰਾ ਸਿੱਖ ਕਿਤੇ ਪਤਿਤ ਨਾ ਹੋਵੇ। ਇਹ ਹੋਣਾ ਪੈਣਾ ਸਾਨੂੰ ਕਿਸੇ। ਅਸੀਂ ਗੁਰੂ ਦਾ ਹੁੰਦੇ ਹੀ ਨਹੀਂ ਹੈਗੇ। ਅਸੀਂ ਗੁਰੂ ਦੇ ਹੁੰਦੇ ਹੀ ਨਹੀਂ। ਕਿਤੇ ਗੁਰੂ ਦੇ ਹੋ ਜਾਈਏ ਨਾ, ਗੁਰੂ ਅੰਗ ਸੰਗ ਹੁੰਦੇ। ਹਰ ਪ੍ਰਕਾਰ ਦੀ ਵਿਪਤਾ ਤੋਂ ਫਿਰ ਗੁਰੂ ਮਹਾਰਾਜ ਬਚਾ ਕੇ ਰੱਖਦੇ। ਗੁਰੂ ਦੇ ਹੋ। ਗੁਰੂ ਵਾਲੇ ਹੋਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਸਾਡੇ 'ਚ ਕਿੰਨੇ ਗੁਰੂ ਵਾਲੇ ਬੈਠੇ ਨੇ, ਪਰ ਗੁਰੂ ਦੇ ਉਹ ਕੋਈ ਨਹੀਂ ਅਜੇ ਤੱਕ ਦੱਸਿਆ ਮੈਨੂੰ ਇਹ ਗੁਰੂ ਦਾ ਹੈ। ਗੁਰੂ ਦਾ ਹੋਣਾ ਬਹੁਤ ਮੁਸ਼ਕਿਲ ਹੈ, ਪਰ ਜਿਹੜਾ ਗੁਰੂ ਦਾ ਹੋ ਜਾਂਦਾ ਨਾ, ਬਸ ਫਿਰ ਗੁਰੂ ਮਹਾਰਾਜ ਦੇ ਅੰਗ ਸੰਗ। ਇਸ ਲਈ ਕਬੀਰ ਸਾਹਿਬ ਕਹਿੰਦੇ, ਨਿਰਖਤ ਨਿਰਸ ਜਬ ਜਾਏ ਪਾਵਾ। ਜਦੋਂ ਪਰਮਾਤਮਾ ਨੂੰ ਉਡੀਕਦਿਆਂ ਦੇਖਦਿਆਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਨਾ, ਤਬ ਲੈ ਨਿਰਖ ਹੈ ਨਿਰਖ ਮਿਲਾਵਾ। ਫਿਰ ਇਹ ਦੇਖਣ ਵਾਲਾ ਪਰਮਾਤਮਾ ਦੇ ਵਿੱਚ ਹੀ ਮਿਲ ਜਾਂਦਾ ਹੈ। ਗੱਲ ਤੇ ਪਿਆਰ ਦੀ, ਜਿਨ ਪ੍ਰੇਮ ਕੀਓ ਉਡੀਕ ਹੈ, ਪਿਆਰ ਦੀ ਉਡੀਕ ਹੈ, ਕਦੋਂ ਮੇਰਾ ਪਿਆਰਾ ਆਵੇ, ਕਦੋਂ ਮੇਰਾ ਪਿਆਰਾ ਆਵੇ। ਜਦੋਂ ਵੀ ਮੈਂ ਕਦੇ ਬੈਠਾ ਹੋਣਾ, ਮੈਨੂੰ ਜੋਗਾ ਸਿੰਘ ਯਾਦ ਆਇਆ। ਜੇ ਕਦੇ ਮੈਂ ਪੜ੍ਹਦਾ ਫਿਰ ਮੇਰੇ ਅੱਖਾਂ 'ਚ ਕਿੰਨੀ ਦੇਰ ਅਥਰੂ ਕੀ ਜੈਮਲ ਸਿੰਘ, ਕਿੱਥੇ ਜੋਗਾ ਸਿੰਘ, ਕਿੱਥੇ ਤੁਸੀਂ? ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰ, ਅਸੀਂ ਗੁਰੂ ਦੇ ਹੋ ਜਾਈਏ। ਗੁਰੂ ਵਾਲੇ ਤਾਂ ਹਾਂ, ਗੁਰੂ ਦੇ ਹੋ ਜਾਈਏ, ਫਿਰ ਮੇਲ ਹੋਣਾ ਹੀ ਹੋ। ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸੇ ਪਰਚੋ ਲਾਵਾ। ਅਪਾਰ ਪਰਮਾਤਮਾ ਅਪਾਰ ਹੈ, ਬੇਅੰਤ ਹੈ। ਪਾਰ ਨਹੀਂ ਪਾਵਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਪਾਰ ਹੈ, ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਰਨਾ ਕੀ ਅਸੀਂ? ਪਰਮ ਜੋਤ ਸੇ ਪਰਚੋ ਲਾਵਾ। ਪਰਚੋ ਹੁੰਦਾ ਪਿਆਰ। ਸਾਡਾ ਕੰਮ ਉਸ ਪਰਮ ਜੋਤ ਪਰਮਾਤਮਾ ਨਾਲ ਪਿਆਰ ਪਾਉਣਾ, ਉਹਨੂੰ ਪਿਆਰ ਕਰਨਾ। ਤੇ ਜਿਨ ਪ੍ਰੇਮ ਕੀਓ ਜਿਨ ਹੀ ਪਰਮ ਪਾਇਆ। ਪਿਆਰ ਸਹਿਤ ਬਾਣੀ ਪੜ੍ਹਨੀ ਹੈ, ਪਿਆਰ ਸਹਿਤ ਨਾਮ ਜਪਣਾ। ਬਹੁਤੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਤੁਸੀਂ 10 ਸਹਿਜ ਪੜ੍ਹ ਕਰ ਲੈਣੇ, ਤੁਸੀਂ ਇੱਕ ਵੀ ਟਿਕ ਕੇ ਕਰ ਲਿਓ, ਉਹੀ ਬਹੁਤ। ਇੱਕ ਸਹਿਜ ਪਾਠ ਵੀ ਤੁਸੀਂ ਮੇਰੀ ਕਿਤਾਬ ਅਨੁਸਾਰ ਕਰ ਲੈਣ, ਤੁਹਾਨੂੰ 10-12 ਪਾਠਾਂ ਦਾ ਫਲ ਮਿਲੇਗਾ, ਕਿਉਂਕਿ ਤੁਸੀਂ ਬੜੇ ਧਿਆਨ ਨਾਲ ਕੀਤਾ। ਪਹਿਲਾਂ ਮੇਰੀ ਕਿਤਾਬ ਦਾ ਸਫ਼ਾ ਪਹਿਲਾਂ ਪੜ੍ਹਿਆ, ਫਿਰ ਬਾਣੀ ਦਾ ਪੜ੍ਹਿਆ। ਬਾਣੀ ਦਾ ਸਫ਼ਾ ਪੜ੍ਹਦੇ ਕਿਤੇ ਫਿਰ ਡਾਊਟ ਹੋ ਗਿਆ, ਫਿਰ ਕਿਤਾਬ ਦੇਖੀ, ਉਹ ਤੋਂ ਫਿਰ ਕਰੈਕਟ ਕਰ ਲਿਆ। ਫਿਰ ਕਿਤਾਬ ਦਾ ਦੂਜਾ ਸਫ਼ਾ ਪੜ੍ਹਿਆ, ਫਿਰ ਬਾਣੀ ਦਾ ਦੂਜਾ ਸਫ਼ਾ ਪੜ੍ਹਿਆ, ਫਿਰ ਜੇ ਗਲਤੀ ਕਰੈਕਟ ਕਰ ਲਿਆ। ਐਂ ਜਦੋਂ ਕਰੀ ਜਾ ਤੁਹਾਡਾ ਸਾਰਾ ਧਿਆਨ ਬਾਣੀ ਦੇ ਵਿੱਚ ਪਏਗਾ। ਤੇ ਮਹਾਨਤਾ ਧਿਆਨ ਦੀ, ਬਹੁਤੇ ਸਫ਼ਿਆਂ ਦੀ ਮਹਾਨਤਾ ਨਹੀਂ ਹੁੰਦੀ। ਤੁਸੀਂ ਕਿੰਨੇ ਧਿਆਨ ਨਾਲ ਪੜ੍ਹਿਆ, ਇਸ ਗੱਲ ਦੀ ਮਹਾਨਤਾ।
ਆ ਕਥਾ ਦਾ ਫਲ ਕਿਉਂ ਜ਼ਿਆਦਾ ਮਿਲਦਾ ਹੈ ਕਿ ਧਿਆਨ ਹੈ ਸਾਡਾ ਇਹਦੇ ਵਿੱਚ। ਅਗਰ ਤੁਹਾਡਾ ਧਿਆਨ ਨਹੀਂ, ਤੁਹਾਨੂੰ ਪਤਾ ਹੀ ਲੱਗਣਾ ਮੈਂ ਕੀ ਕੀ ਬੋਲ ਗਿਆ। ਮੇਰਾ ਸਾਰਾ ਧਿਆਨ ਕਥਾ 'ਚ ਹੈ, ਮੈਨੂੰ ਕਿੰਨਾ ਜ਼ਿਆਦਾ ਫਲ ਮਿਲਣਾ, ਤੇ ਜਿਹੜੇ ਤੁਸੀਂ ਧਿਆਨ ਨਾਲ ਸੁਣ ਰਹੇ ਹੋ ਤੁਹਾਨੂੰ ਕਿੰਨਾ ਜ਼ਿਆਦਾ ਫਲ ਮਿਲਣਾ, ਕਿਉਂਕਿ ਸੁਣਨ ਦਾ ਤਾਂ ਫਲ ਹੀ ਬਹੁਤ ਹੁੰਦਾ। ਸੁਣਿਆ ਸਿੱਧ ਪੀਏ ਸੁਰ ਨਾਲ, ਕਿੱਥੇ ਤੱਕ ਪਹੁੰਚੇ ਤੱਕ ਧਿਆਨ ਨਾਲ ਜੇ ਸੁਣੇ। ਸੋ ਪ੍ਰਮਾਤਮਾ ਹੈ ਅਪਾਰ, ਉਹਦਾ ਪਾਰ ਨਹੀਂ ਪਾਇਆ ਜਾ ਸਕਦਾ। ਸਾਡਾ ਫਰਜ਼ ਹੈ ਪਰਮ ਜੋਤ ਸੇ ਪਰਚੋ ਲਾਵਾ, ਕਿ ਅਸੀਂ ਉਸ ਪਰਮ ਜੋਤ ਪਰਮਾਤਮਾ ਦੇ ਨਾਲ ਪਿਆਰ ਪਾਈਏ। ਪਰਚੋ ਦਾ ਪਿਆਰ। ਪੰਚੋ ਇੰਦਰੀ, ਇੰਦਰੀ ਨਹੀਂ, ਇੰਦਰੀ ਇੱਕ ਵਚਨ ਹੁੰਦਾ ਹੈ। ਪੰਚੋ ਮੈਨੇ ਪੰਜ, ਇੰਦਰੀ ਇੰਦਰੀਆਂ, ਕਿਉਂਕਿ ਸਾਡੀ ਇਹ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ। ਆ ਨੱਕ ਵੀ ਇੰਦਰੀ ਹੈ, ਕੰਨ ਵੀ ਇੰਦਰੀ ਹੈ, ਮੂੰਹ ਵੀ ਇੰਦਰੀ ਹੈ, ਨਾਸਾਂ ਵੀ ਇੰਦਰੀ ਹੈ, ਲਿੰਗ ਗੁਦਾ ਉਹ ਵੀ ਇੰਦਰੀਆਂ। ਇਹਨਾਂ ਇੰਦਰੀਆਂ ਤੇ ਕੰਟਰੋਲ ਕਰਨਾ, ਬਸ ਨਿਗ੍ਰਹਿ ਹੁੰਦਾ, ਕੰਟਰੋਲ ਕਰ ਲੈਣਾ। ਜਿਹੜਾ ਪੰਜਾਂ ਇੰਦਰੀਆਂ ਤੇ ਕੰਟਰੋਲ ਕਰ ਲੈਂਦਾ ਨਾ, ਪਾਪ ਪੁੰਨ ਦੋ ਨਿਰਵਰੀ, ਨਿਰਵਰੀ ਦੇ ਉਹ ਤੋਂ ਰਹਿਤ ਹੋ ਜਾਣਾ। ਉਹ ਪਾਪ ਅਤੇ ਪੁੰਨ ਤੋਂ ਰਹਿਤ ਹੋ ਜਾਂਦਾ। ਉਹ ਇਹ ਚੱਕਰ 'ਚ ਕੀ ਪਾਪ ਹੈ ਤੇ ਕੀ ਪੁੰਨ ਹੈ, ਉਹਨੂੰ ਇਹ ਸੋਚਣ ਦੀ ਲੋੜ ਹੀ ਨਹੀਂ। ਇੰਦਰੀਆਂ ਤੇ ਕੰਟਰੋਲ ਹੋ ਗਏ, ਪਾਪ ਹੋਣਾ ਹੀ ਨਹੀਂ, ਬਸ ਪੁੰਨ ਹੀ ਪੁੰਨ ਹੋਣਾ। ਪਾਪ ਸਾਡੇ ਤੋਂ ਹੁੰਦਾ ਹੀ ਉਦੋਂ ਹੈ ਜਦੋਂ ਸਾਡਾ ਇੰਦਰੀਆਂ ਤੇ ਕੰਟਰੋਲ ਨਹੀਂ। ਫੱਫਾ ਬਿਨ ਫੂਲੇ ਫਲ ਹੋਈ, ਦਾ ਫਲ ਫੰਕ ਲਖੇ ਜੋ ਕੋਈ। ਫੁੱਲ ਹੈ ਪਰ ਕਹਿੰਦਾ ਬੜਾ ਫੁੱਲਿਆ ਫਿਰਦਾ ਹੈ ਹੰਕਾਰ। ਜਦੋਂ ਮਨੁੱਖ ਹੰਕਾਰ ਤੋਂ ਬਿਨਾਂ ਹੋ ਜਾਂਦਾ ਹੈ, ਫਲ ਹੋਈ, ਇਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਨਾਮ ਰੂਪੀ ਫਲ ਮਿਲਦਾ। ਕਿਸੇ ਚੀਜ਼ ਦੀ ਪ੍ਰਾਪਤੀ ਤੇ ਫੁੱਲਣਾ ਨਹੀਂ ਹੈ, ਹੰਕਾਰ ਨਹੀਂ ਕਰਨਾ। ਕਿਉਂਕਿ ਪਰਮਾਤਮਾ ਕਹਿੰਦਾ ਤੇ ਤੂੰ ਵਧੀਆ ਕਰ ਪਾਲਿਆ, ਇਹ ਤੇ ਮੇਰੀ ਕਿਰਪਾ ਹੋਈ, ਨਹੀਂ ਤਾਂ ਤੂੰ ਕਿਵੇਂ ਪਾਲੇਂਦਾ ਵਧੀਆ ਕਰ, ਫਿਰ ਤਾਂ ਸਾਰੇ ਪਾ ਲੈਂਦੇ। ਤੂੰ ਬਹੁਤ ਪੜ ਗਿਆ ਹੈ, ਇਹ ਤਾਂ ਮੇਰੀ ਕਿਰਪਾ ਹੈ, ਮੈਂ ਤੈਨੂੰ ਦਿਮਾਗ ਦਿੱਤਾ, ਮੈਨੇ ਤੈਨੂੰ ਮਿਹਨਤ ਦਾ ਗੁਣ ਦਿੱਤਾ ਤਾਂ ਤੂੰ ਇੰਨਾ ਪੜ ਗਿਆ। ਇਸ ਲਈ ਹੰਕਾਰ ਨਹੀਂ ਕਰਨਾ ਕਿਸੇ ਚੀਜ਼ ਦਾ। ਰਾਜ ਭਾਗ ਆ ਗਿਆ, ਹੰਕਾਰ ਨਹੀਂ ਕਰਨਾ। ਅੱਜ ਉਹ ਰਾਜ ਦੇਖਦਾ, ਕੱਲ ਨੂੰ ਗੱਦੀ ਉਹ ਲਾ ਵੀ ਸਕਦਾ। ਜ਼ੀਰੋ ਬਣਾ ਕੇ ਰੱਖ ਦੇਣ। ਜਿਹੜੇ ਚੰਮਦੀਆਂ ਚਲਾਉਂਦੇ ਸਨ ਕੁਝ ਦਿਨ ਪਹਿਲਾਂ, ਅੱਜ ਜ਼ੀਰੋ ਹੋ ਗਏ, ਉਹਨਾਂ ਨੂੰ ਹਉਮੈ ਹੋ ਗਏ ਸੀ। ਬਸ ਹੁਣ ਅਸੀਂ ਵੀ ਰਹਿਣਾ ਹੈ, ਜੋ ਮਰਜ਼ੀ ਕਰੀ। ਪਰਮਾਤਮਾ ਕਹਿੰਦਾ ਕੋਈ ਨਹੀਂ ਦੱਸਦਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਰ। ਉਹਦੀ ਮਰਜ਼ੀ, ਉਹਦੇ ਨਿਮਾਣੇ ਨੂੰ ਮਾਣ ਦੇਣ ਵਾਲਾ। ਬਿਨ ਫੂਲੇ, ਜਦੋਂ ਮਨੁੱਖ ਹੰਕਾਰ ਨਹੀਂ ਨਾ ਕਰੇਗਾ, ਫਲ ਹੋਏ, ਇਹਨੂੰ ਨਾਮ ਰੂਪੀ ਫਲ ਦੀ ਪ੍ਰਾਪਤੀ ਹੋ ਜਾਣੀ। ਤਾਂ ਫਲ, ਉਸ ਫਲ ਜਿਹੜਾ ਫਲ ਪ੍ਰਾਪਤ ਹੈ, ਫੰਕ ਫਾੜੀ ਇੱਕ ਉਹਦਾ ਹਿੱਸਾ। ਜਿਵੇਂ ਫਾੜੀਆਂ ਹੁੰਦੀਆਂ, ਜਿਵੇਂ ਸੰਗਤ ਰੱਖਦੀ ਫਾੜੀਆਂ ਹੁੰਦੀਆਂ, ਉਸ ਨਾਮ ਫਲ ਦੀ ਜੇ ਇੱਕ ਫਾੜੀ ਵੀ ਲਖੇ, ਜੋ ਕੋਈ ਕਿਸੇ ਨੂੰ ਸਮਝ ਆ ਜਾਏ, ਇੱਕ ਫਾੜੀ ਕੁਝ ਹਿੱਸੇ ਦੀ ਵੀ ਸਮਝ ਆ ਗਈ ਨਾ, ਜਿਹੜਾ ਦੂਣ ਨਾ ਪਰੀ ਫੰਕ ਵਿਚਾਰ, ਜਿਸ ਜਿਹੜਾ ਉਸ ਫਾੜੀ ਦਾ ਉਸ ਨਾਮ ਦੀ ਵਿਚਾਰ ਕਰਦਾ, ਦੂਣ ਜਾਣਦੇ ਨੇ, ਇੱਕ ਪਾਸੇ ਪਹਾੜ ਉੱਚਾ, ਦੂਜੇ ਪਾਸੇ ਪਹਾੜਾਂ ਵਿੱਚ ਨੀਵੀਂ ਥਾਂ ਨੂੰ ਦੂਣ ਕਹਿੰਦੇ। ਹੁਣ ਦੂਣ ਇੱਥੇ ਭਾਵ ਹੈ ਜੰਮਣ ਮਰਨ ਤੋਂ। ਜਿਹੜਾ ਫੰਕ ਨਾਮ ਰੂਪੀ ਫਾੜੀ ਦੀ ਵਿਚਾਰ ਕਰਦਾ ਹੈ, ਭਾਵ ਜਿਹੜਾ ਨਾਮ ਜਪਦਾ ਹੈ, ਦੂਣ ਨਾ ਭਰੇ, ਉਹ ਜੰਮਣ ਮਰਨ ਦੀ ਖੱਡ 'ਚ ਨਹੀਂ ਡਿੱਗਦਾ। ਡੂੰਘੀ ਥਾਂ ਨੂੰ ਦੂਣ ਕਹਿੰਦੇ, ਉਹ ਜੰਮਣ ਮਰਨ ਦੀ ਖੱਡ 'ਚ ਨਹੀਂ ਡਿੱਗਦਾ। ਤਾ ਫਲ ਫੰਕ ਸਭੈ ਤਨ ਫਾਰੈ, ਉਹ ਜਿਹੜਾ ਫਲ ਦੀ ਫਾੜੀ ਹੈ ਨਾ ਨਾਮ ਦੀ,
ਸਭੈ ਤਨ ਪਰ, ਸਾਰੇ ਤਨ ਨੂੰ ਪਾੜ ਦਿੰਦੀ ਹੈ। ਭਾਵ ਤਨ ਦੇ ਵਿੱਚ ਜਿੰਨੀਆਂ ਬੁਰਾਈਆਂ ਹਨ ਸਾਰੀਆਂ ਖਤਮ ਹੋ ਜਾਂਦੀਆਂ। ਨਾਮ ਨੇ ਅੰਦਰ ਕੋਈ ਬੁਰਾਈ ਨਹੀਂ ਰਹਿਣ ਦੇਣੀ। ਨਾਮ 'ਚ ਇੰਨੀ ਤਾਕਤ ਹੈ, ਇਹਦੇ ਅੱਗੇ ਕੋਈ ਬੁਰਾਈ ਨਹੀਂ ਆ ਸਕਦੀ, ਇੰਨੇ ਪਾਵਰਫੁਲ ਹੈ। ਬੱਬਾ ਬਿੰਦੇ ਬਿੰਦ ਮਿਲਾਵਾ, ਬਿੰਦੇ ਬਿੰਦ ਨਾ ਵਿਛੜਨ ਪਾਵੇ। ਬਿੰਦੇ ਪਾਣੀ ਦੀ ਬੂੰਦ, ਬਿੰਦ ਪਾਣੀ। ਜਿਹੜਾ ਪਾਣੀ ਦੀ ਬੂੰਦ ਨੂੰ ਪਾਣੀ ਵਿੱਚ ਮਿਲਾ ਦਿੰਦਾ ਹੈ, ਜਦੋਂ ਪਾਣੀ ਦੀ ਇੱਕ ਬੂੰਦ ਪਾਣੀ 'ਚ ਮਿਲਦੀ ਹੈ ਨਾ, ਬਿੰਦੇ ਬਿੰਦ ਨਾ ਵਿਛੜਨ ਪਾਵੇ, ਫਿਰ ਇਹ ਬੂੰਦ ਪਾਣੀ ਤੋਂ ਵਿਛੜਦੀ ਨਹੀਂ, ਅੱਡ ਨਹੀਂ ਹੋ ਸਕਦੀ, ਉਹਦੇ ਵਿੱਚ ਰਲ ਗਈ। ਇਸੇ ਤਰ੍ਹਾਂ ਸਾਡੇ ਜੀਵ ਆਤਮਾ ਪਰਮਾਤਮਾ ਦੇ ਵਿੱਚ ਰਲਦੀ ਹੈ, ਫਿਰ ਅੱਡ ਨਹੀਂ ਹੋ ਸਕਦੀ, ਉਹਦਾ ਰੂਪ ਬਦਲਦੀ ਹੈ। ਬੰਦੋ ਹੋਏ ਸੋ ਬੰਦਗੀ ਕਹੇ, ਗੈਰ ਦਾ ਪਕੜਨਾ। ਬੰਦੋ ਬੰਦਾ, ਦਸਮ ਪਾਤਸ਼ਾਹ ਹਜ਼ੂਰ ਸਾਹਿਬ ਨੰਦੇੜ, ਉੱਥੇ ਕਿ ਮਾਧੋ ਦਾਸ ਟਕਰੇ। ਮਾਧੋ ਦਾਸ ਨੇ ਦੇਖਿਆ ਵੀ ਇਹ ਗੁਰੂ ਗੋਬਿੰਦ ਸਿੰਘ ਮੇਰੇ ਤੋਂ ਵੱਧ ਸ਼ਕਤੀਆਂ ਦੇ ਮਾਲਕ ਨੇ। ਆ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਦਾ। ਗੁਰੂ ਮਹਾਰਾਜ ਕਹਿੰਦੇ, ਭਾਈ ਤੂੰ ਕੌਣ ਹੈ? ਕਹੇ ਜੀ ਮੈਂ ਬੰਦਾ। ਵੀ ਦਾਸ, ਦਾਸ ਕਿਹਦਾ ਬੰਦਾ? ਜੀ ਤੁਹਾਡਾ ਬੰਦਾ। ਕਹੇ ਜੇ ਸਾਡਾ ਬੰਦਾ, ਫਿਰ ਬੰਦਿਆਂ ਵਾਲੇ ਕੰਮ ਕਰ। ਆ ਮੰਜੇ ਉਲਟਾਉਣ ਤੇ ਲੱਗਾ ਹੋਇਆ ਬੰਦਾ, ਫਿਰ ਬੰਦਿਆਂ ਵਾਲੇ ਕੰਮ। ਬੰਦਾ ਸੋ ਜੋ ਬੰਦਗੀ ਕਹੇ। ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ। ਬੰਦਾ ਦਾਸ ਸੇਵਕ ਪਰਮਾਤਮਾ ਉਹ ਹੈ ਜਿਹੜਾ ਬੰਦਗੀ ਕਰਦਾ। ਬੰਦਕ ਹੋਏ ਬੰਦ ਸੁਧ ਲਹਿ, ਜਿਹੜਾ ਫਿਰ ਸੇਵਾਦਾਰ ਦਾ ਪਰਮਾਤਮਾ ਦਾ ਭਗਤ ਹੁੰਦਾ ਨਾ। ਬੰਦ ਜਿਹੜੇ ਸਾਨੂੰ ਬੰਧਨ ਪਏ ਹੋਏ ਹਨ, ਉਹਦੀ ਸੋਝੀ ਆ ਜਾਂਦੀ ਵੀ ਇਹ ਮੈਂ ਇਹਨਾਂ ਬੰਧਨਾਂ ਤੋਂ ਆਪਣੇ ਆਪ ਨੂੰ ਰਹਿਤ ਕਰਨਾ ਹੈ। ਉਹਦੀ ਸੁੱਧ ਹੋ ਜਾਂਦੀ, ਸੋਝੀ ਹੋ ਜਾਂਦੀ ਬੰਦ ਦੀ, ਬੰਧਨਾਂ ਦੀ। ਜਿਹੜਾ ਬੰਦਕ ਹੁੰਦਾ ਇਹ ਦੱਦੇ ਨਾਲ ਹੈ, ਉਹ ਧੱਦੇ ਨਾਲ ਕਰ। ਬੰਦਕ ਦਾ ਮਤਲਬ ਬੰਦਾ, ਸੇਵਾਦਾਰ, ਪਰਮਾਤਮਾ ਦਾ ਭਗਤ। ਬੰਦ ਹੁੰਦਾ ਬੰਧਨ, ਜਿਹੜੇ ਮਨੁੱਖ ਨੂੰ ਪਏ ਨੇ ਮੋਹ ਮਾਇਆ ਦੇ ਬੰਧਨ। ਜਦੋਂ ਮਨੁੱਖ ਬੰਦਾ ਬਣਦਾ, ਇਹਨੂੰ ਬੰਧਨਾਂ ਦੀ ਸੋਝੀ ਆ ਜਾਂਦੀ ਹੈ ਵੀ ਉਹ ਮੈਨੂੰ ਫਲਾਣਾ ਫਲਾਣਾ ਬੰਧਨ ਪਿਆ, ਉਹ ਤੋਂ ਛੁਟਕਾਰਾ ਪਾ ਲੈਂਦਾ, ਸੋਝੀ ਆ ਗਈ। ਭੱਬਾ ਭੇਦੈ ਭੇਦ ਮਿਲਾਵਾ, ਅਬ ਭਉ ਭਾਨ ਭਰੋਸੋ ਪਵ ਆਵਾ। ਭੇਦੈ ਭੇਦ ਮਿਲਾਵਾ, ਪਰਮਾਤਮਾ ਨਾਲ ਸਾਡਾ ਭੇਦ ਹੈ, ਵਖਰੇਵਾਂਪਣ ਹੈ। ਵਖਰੇਵਾਂਪਣ ਜਦੋਂ ਇਹ ਵਖਰੇਵਾਂਪਣ ਖਤਮ ਹੋ ਜਾਂਦਾ ਹੈ, ਭੱਬੇ ਭੇਦ। ਜਦੋਂ ਭੇਦ ਇੱਕ ਹੁੰਦਾ ਭੇਦ, ਜਿਵੇਂ ਭੇਦ ਆਪਾਂ ਕਹਿੰਦੇ ਮੈਨੂੰ ਭੇਦ ਆ ਗਿਆ। ਦੂਜੇ ਦਾ ਭੇਦ ਹੁੰਦਾ ਵਿੰਨ ਦੇਣਾ। ਜਦੋਂ ਭੇਦ ਖਤਮ ਹੋ ਜਾਂਦਾ ਉਹਦਾ ਮਿਲਾਵਾ, ਫਿਰ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ। ਜਿਹੜਾ ਵਖਰੇਵਾਂ ਸੀ ਉਹ ਜੁੜ ਗਿਆ ਹੈ। ਆਪ ਭਉ ਭਾਣ, ਭਾਣ ਦਾ ਭੰਨ ਕੇ ਤੋੜ ਕੇ, ਭਉ ਮੈਨੇ ਡਰ। ਫਿਰ ਉਹ ਸੰਸਾਰੀ ਡਰ ਨੂੰ ਛੱਡ ਦਿੰਦਾ ਹੈ। ਭਰੋਸੋ ਆਵਾ, ਉਹਨੂੰ ਪਰਮਾਤਮਾ ਤੇ ਭਰੋਸਾ ਆ ਜਾਂਦਾ, ਉਹਨੂੰ ਪਰਮਾਤਮਾ ਤੇ ਵਿਸ਼ਵਾਸ ਆ ਜਾਂਦਾ। ਜੋ ਬਾਹਰ ਸੋ ਭੀਤਰ ਜਾਣਿਆ, ਉਹਨੂੰ ਪਤਾ ਲੱਗਦਾ ਜੋ ਬਾਹਰ ਹੈ ਉਹ ਮੇਰੇ ਅੰਦਰ ਵੀ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਮੰਡ ਦੇ ਵਿੱਚ ਹੈ ਉਹ ਸਾਰਾ ਕੁਝ ਸਾਡੇ ਸਰੀਰ ਦੇ ਵਿੱਚ ਹੈ। ਜੋ ਬਾਹਰ ਹੈ ਉਹੀ ਅੰਦਰ ਹੈ। ਕਦੇ ਇਸ ਗੱਲ ਦਾ ਪਤਾ ਲੱਗ ਜਾਂਦਾ। ਭਇਆ ਭੇਦ ਭੂਪਤ ਪਹਿਚਾਨ।
ਜਦੋਂ ਕਿਤੇ ਭੇਦ ਆ ਗਿਆ ਨਾ ਪਰਮਾਤਮਾ ਦਾ, ਫਿਰ ਬੰਦਾ ਭੂਪਤ ਪਾਪ ਪਰਮਾਤਮਾ ਨੂੰ ਪਹਿਚਾਣ ਲੈਂਦਾ। ਭੇਦ ਜੋ ਹੈਗਾ ਭੂਪਤ, ਭੂਪਤੀ ਰਾਜੇ ਨੂੰ ਕਹਿੰਦੇ ਨੇ, ਇਹ ਤੇ ਪਰਮਾਤਮਾ ਤੋਂ ਪਾਪ। ਜਦੋਂ ਪਰਮਾਤਮਾ ਦੇ ਭੇਦ ਦਾ ਪਤਾ ਲੱਗਿਆ, ਕਹਿੰਦਾ ਫਿਰ ਉਸ ਦੇ ਵਿੱਚ ਬੰਦਾ ਉਹਨੂੰ ਜਾਣ ਲੈਂਦਾ ਪਰਮਾਤਮਾ। ਫਿਰ ਉਹਨੂੰ ਪਤਾ ਲੱਗਦਾ ਕਿ ਜੋ ਬਾਹਰ ਹੈ ਉਹ ਅੰਦਰ, ਪਰਮਾਤਮਾ ਬਾਹਰ ਵੀ ਹੈ, ਪਰਮਾਤਮਾ ਸਾਡੇ ਅੰਦਰ ਵੀ, ਕੋਈ ਭੇਦ ਪਤਾ ਲੱਗ ਗਿਆ। ਮੰਮਾ ਮੂਲ ਗਹਾ ਮਨ ਮਾਨੈ, ਮੂਲ ਪਾ ਪਰਮਾਤਮਾ, ਗਹਾ ਮੈਨੇ ਫੜ ਲਿਆ। ਜਦੋਂ ਮਨੁੱਖ ਪਰਮਾਤਮਾ ਨੂੰ ਫੜ ਲਿਆ, ਪਰਮਾਤਮਾ ਤੱਕ ਪਹੁੰਚ ਗਿਆ, ਫਿਰ ਉਹਦਾ ਮਨ ਮੰਨ ਜਾਂਦਾ ਵੀ ਹਾਂ ਰੱਬ ਹੈ। ਅਜੇ ਮਨ ਨਹੀਂ ਮੰਨਦਾ। ਅਜੇ ਤਾਂ ਠੀਕ ਹੈ, ਅਸੀਂ ਸਿੱਖ ਹੋਣ ਦੇ ਨਾਤੇ ਵਿਸ਼ਵਾਸ ਕਰ ਲੈਂਦੇ ਵੀ ਗੁਰੂ ਮਹਾਰਾਜ ਕੇ ਰੱਬ ਹੈ, ਬਸ ਹੈ। ਜੇ ਸਾਡੇ ਗੁਰੂ ਦੇ ਵਿਸ਼ਵਾਸ ਨਾ ਹੋਵੇ, ਅਸੀਂ ਕੋਈ ਰੱਬ ਰੂਪ ਨਹੀਂ। ਰੱਬ ਨੂੰ ਤਾਂ ਦਿਖਦਾ ਨਾ, ਅਸੀਂ ਫਿਰ ਐਂ ਕਹਿਣ ਲੱਗ ਜਾਂਦੇ ਜਿਵੇਂ ਨਾਸਤਕ ਕਹਿੰਦੇ। ਅਸੀਂ ਕੋਈ ਨਾਸਤਕ ਨਹੀਂ, ਅਸੀਂ ਗੁਰੂ ਵਾਲੇ ਹਾਂ। ਤੇ ਉਹ ਸਿੱਖ ਹੀ ਕੀ ਜਿਹਨੂੰ ਆਪਣੇ ਗੁਰੂ ਦੀ ਗੱਲ ਤੇ ਵਿਸ਼ਵਾਸ ਹੀ ਨਹੀਂ ਹੈ, ਉਹ ਕਦਾ ਚੇਲਾ ਜਿਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ। ਅਸੀਂ ਗੁਰੂ ਦੇ ਚੇਲੇ ਹਾਂ, ਸਿੱਖ ਪੰਜਾਬੀ ਸਿੱਖ ਕੇ ਹਿੰਦੀ ਸ਼ਿਸ਼ ਕਹਿੰਦੇ ਨੇ, ਹਿੰਦੀ ਕਿ ਸ਼ਿਸ਼ ਚੇਲਾ, ਗੁਰਬਾਣੀ ਸਿੱਖ ਕਹਿੰਦਾ। ਚੇਲੇ ਦਾ 100% ਵਿਸ਼ਵਾਸ ਆਪਣੇ ਗੁਰੂ ਤੇ ਹੁੰਦਾ ਹੈ। ਸੇਵਾਦਾਰਾਂ ਨੇ ਕਹਿੰਦਾ ਇਸ ਮੂਲੀ ਨੂੰ ਗੁਰੂ ਨੇ ਹੱਥ ਲਾਇਆ ਹੋਇਆ ਹੈ, ਇਹ 500 ਦੀ ਹੈ, ਕਿਸੇ ਲੈਣੀ ਹੈ? ਕੋਈ ਨਹੀਂ ਆ ਜਾਣੀ। ਭਾਵੇਂ ਝੂਠ ਬੋਲ ਰਿਹਾ, ਕੋਈ ਗੁਰੂ ਨੇ ਹੱਥ ਨਹੀਂ ਲਾਇਆ, ਵੇਚਣੀ ਹੈ ਮੂਲੀਆਂ। ਇਸ ਨੇ ਤੇ ਬਾਬਾ ਜੀ ਦੇ ਹੱਥ ਲੱਗਿਆ, ਇਸ ਨੂੰ ਲਿਓ ਜੀ 500 ਦੇ ਖਰੀਦਣ। ਵਿਸ਼ਵਾਸ ਹੈ ਕਿ ਬਾਬੇ ਦਾ ਹੱਥ ਲੱਗਾ ਹੋਇਆ, ਐਂ ਵਿਕਦਾ ਰਿਹਾ ਮਾਲ। ਅਸੀਂ ਹੁੰਦੇ ਕਦੋਂ ਦੇ ਛੱਡ ਜਾਂਦੇ, ਇਹ ਯਾਰ ਕਮਾਲ ਦੇ ਬੰਦੇ, ਮੰਨ ਗਏ, ਮੈਂ ਮੰਨ ਗਿਆ, ਡੋਲਦੇ ਨਹੀਂ ਹੈ ਕਿ ਸਾਡੇ ਗੁਰੂ ਨੂੰ ਖੰਭ ਲੱਗ ਜਾਣ, ਉਹਨੂੰ ਕਿਲੇ ਚ ਉੱਡ ਕੇ ਬਾਹਰ ਆ ਜਾਣਾ। ਅਜੇ ਵੀ ਵਿਸ਼ਵਾਸ ਹੈ ਸਾਡਾ ਗੁਰੂ ਕਹਿੰਦਾ ਬੜੀ ਸ਼ਕਤੀਆਂ ਵਾਲਾ, ਕੁਛ ਵੀ ਹੈ ਪਰ ਉਹਦੇ ਵਿਸ਼ਵਾਸ ਨੂੰ ਮੰਨ ਗਏ। ਯਾਰ ਗਲਤ ਹੈ, ਠੀਕ ਹੈ, ਪਰ ਹੈ ਤਾਂ ਹੈ। ਤੇ ਮੈਂ ਕਿਹਾ ਕਿਤੇ ਸਿੱਖ ਹੁੰਦਾ ਕਦੋਂ ਛੱਡ ਹੋ ਗਿਆ ਹੁੰਦਾ, ਛੱਡੋ ਇਹੋ ਜਿਹੇ ਨੂੰ, ਕਦੋਂ ਛੱਡ ਗਿਆ। ਸੋ ਇਸ ਲਈ ਮੰਮਾ ਮੂਲ ਕਿਹਾ ਮਨ ਮਾਨੇ, ਜਦੋਂ ਮੂਲ ਨੂੰ ਤੱਕ ਪਹੁੰਚ ਗਿਆ ਫਿਰ ਮਨ ਮੰਨ ਜਾਂਦਾ। ਮਰਮੀ ਹੋਏ ਸੋ ਮਨ ਕੋ ਜਨ, ਮਰਮੀ ਹੁੰਦਾ ਭੇਦੀ, ਕਿਸੇ ਚੀਜ਼ ਦਾ ਭੇਦ ਪਤਾ ਨਹੀਂ ਲੱਗਦਾ, ਮਰਮੀ ਹੁੰਦਾ। ਜਦੋਂ ਕੋਈ ਮਰਮੀ ਹੋ ਜਾਂਦਾ ਹੈ, ਰੱਬ ਦਾ ਭੇਦੀ ਹੋ ਜਾਂਦਾ ਨਾ, ਭੇਤੀ ਹੋ ਜਾਂਦਾ ਹੈ, ਸੋ ਮਨ ਕੋ ਜਾਣੇ, ਉਹ ਮਨ ਨੂੰ ਜਾਣ ਲੈਂਦਾ ਹੈ। ਜਿੱਦਾਂ ਇਹ ਮਨ ਨੂੰ ਜਾਣਨੇ ਸਭ ਤੋਂ ਔਖਾ, ਉਹ ਮਨ ਨੂੰ ਜਾਣ ਲੈਂਦਾ। ਇਸ ਲਈ ਕਹਿੰਦੇ ਮਤ ਕੋਈ ਮਨ ਮਿਲਦਾ ਬਿਲਮ ਆਵੇ, ਬਿਲਮ ਹੁੰਦਾ ਦੇਰ। ਅਜਿਹਾ ਨਾ ਹੋਵੇ ਕਿ ਮਨ ਤੁਹਾਡਾ ਪਰਮਾਤਮਾ ਨੂੰ ਮਿਲਣ ਲੱਗੇ ਤੇ ਤੁਸੀਂ ਦੇਰੀ ਲਾ ਲਓ, ਉਦੋਂ ਦੇਰੀ ਨਹੀਂ ਲਾਉਣੀ। ਮਤ ਅਜਿਹਾ ਨਾ ਹੋਵੇ ਕਿ ਮਨ ਰੱਬ ਨੂੰ ਮਿਲਣ ਲੱਗੇ ਤੁਸੀਂ ਦੇਰ ਲਾ ਦਿਓ, ਬਿਲਮ ਕਰ ਦਿਓ। ਮਗਨ ਪਿਆ ਤੇ ਸੋ ਸੱਚ ਪਾਵੇ, ਜਦੋਂ ਮਨ ਪਰਮਾਤਮਾ ਦੇ ਨਾਮ 'ਚ ਮਗਨ ਹੋ ਜਾਂਦਾ ਨਾ, ਉਹਨੂੰ ਫਿਰ ਸੱਚ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਬਾਣੀ ਪੜ੍ਹਦੇ ਪੜ੍ਹਦੇ ਕਈ ਵਾਰੀ ਆਪਾਂ ਮਗਨ ਹੋ ਜਾਂਦੇ, ਹੌਲਾ ਦੌਲਾ ਹੀ ਭੁੱਲ ਜਾਂਦਾ। ਕਈ ਵਾਰੀ ਨਾਮ ਜਪਦਾ ਬੰਦਾ ਮਗਨ ਹੋ ਜਾਂਦਾ, ਉਹਨੂੰ ਪਤਾ ਹੀ ਨਾ ਕਿੰਨੀ ਦੇਰ ਹੋ ਗਈ। ਜਦੋਂ ਖਾਸ ਕਰ ਜੇ ਤੁਸੀਂ ਬਾਣੀ ਅਰਥਾਂ ਸਮੇਤ ਪੜ੍ਹਦੇ ਹੋ, ਫਿਰ ਬਹੁਤ ਛੇਤੀ ਬੰਦਾ ਮਗਨ ਹੋ ਜਾਂਦਾ, ਉਹਦਾ ਸਾਰਾ ਧਿਆਨ ਅਰਥਾਂ ਵੱਲ ਹੋ ਜਾਂਦਾ ਵੀ ਕੀ ਬਾਣੀ ਕੀ ਕਹਿੰਦੀ ਹੈ।
ਮੈਨੂੰ ਯਾਦ ਹੈ, ਮੈਂ ਜਦੋਂ ਬਾਣੀ ਅਰਥਾਂ ਸਮੇਤ ਪੜ੍ਹਨੀ ਸ਼ੁਰੂ ਕੀਤੀ, ਕੁਦਰਤੀ ਮੇਰੀ ਗੁੱਡ ਲੱਕ ਕਿ ਜਦੋਂ ਮੈਂ 15 ਅਗਸਤ 1971 ਨੂੰ ਇਸ ਪਾਸੇ ਲੱਗਾ ਤਾਂ 18 ਅਗਸਤ ਨੂੰ ਮੇਰੀ ਬਦਲੀ ਖਾਲਸਾ ਸਕੂਲ ਦੀ ਹੋਈ। ਉੱਥੇ ਬਹੁਤ ਵੱਡੀ ਲਾਇਬ੍ਰੇਰੀ ਸੀ, ਪ੍ਰੋਫੈਸਰ ਸਾਹਿਬ ਸਿੰਘ ਦੇ ਤੇ ਟੀਕੇ ਪਏ ਸਨ, ਫਰੀਦਕੋਟੀ ਰਾਜੇ ਟੀਕੇ ਉਹ ਉੱਥੇ ਪਏ ਸਨ। ਮੈਂ ਫਿਰ ਉੱਥੋਂ ਇਸ਼ੂ ਕਰਾ ਲਿਆ ਇੱਕ ਟੀਕਾ। ਫਿਰ ਮੈਂ ਘਰ ਅਰਥਾਂ ਸਮੇਤ ਬਾਣੀ ਜਦੋਂ ਪੜ੍ਹਨੀ ਸ਼ੁਰੂ ਕੀਤੀ, ਮੈਨੂੰ ਕਈ ਵਾਰੀ ਪਤਾ ਹੀ ਲੱਗਦਾ, ਮੈਂ 8 ਵਜੇ ਰੋਟੀ ਖਾ ਕੇ ਨਾ ਚਾਹ ਪੀ ਕੇ ਬਹਿ ਜਾਂਦਾ। ਕਈ ਵਾਰੀ ਪੜ੍ਹਦੇ ਰਾਤ ਦੇ 2 ਵਜੇ ਜਾਣੇ, ਅਚਾਨਕ ਮੈਂ ਘੜੀ ਵੇਖ ਲਈ, ਮੈਂ ਕਿਹਾ ਹੋ ਮੈਂ ਤਾਂ ਸਵੇਰੇ ਉੱਠਣਾ ਵੀ ਹੈ, ਰੋਟੀ ਪਾਣੀ ਵੀ ਪਕਾਉਣਾ, ਸਕੂਲ ਵੀ ਜਾਣਾ। ਪਤਾ ਹੀ ਨਹੀਂ ਸੀ ਲੱਗਦਾ ਕਿੰਨੇ ਘੰਟੇ ਲੰਘ ਗਏ, ਕਿਉਂ ਅਰਥਾਂ 'ਚ ਧਿਆਨ ਰਹਿੰਦਾ ਸੀ। ਇਹਦਾ ਕੀ ਅਰਥ ਆ, ਕੀ ਸਾਰਾ ਧਿਆਨ। ਜਦੋਂ ਬੰਦਾ ਮਗਨ ਹੋ ਜਾਂਦਾ, ਉਹਨੂੰ ਆਲਾ ਦੁਆਲਾ ਸਭ ਭੁੱਲ ਜਾਂਦਾ। ਮਗਰ ਪਿਆ ਤੇ ਸੋ ਸੱਚ ਪਾਵੇ। ਇੱਕ ਸਮੇਂ ਮੇਰੀ ਐਸੀ ਅਵਸਥਾ ਮੈਨੂੰ ਲੱਗਿਆ ਸੀ ਵੀ ਮੈਂ ਨਾ 99% ਸਫ਼ਰ ਕਵਰ ਕਰ ਲਿਆ, ਬਸ 1% ਦੀ ਕਸਰ ਰਹਿ ਗਈ ਬਸ। ਤੇ ਫਿਰ ਪਤਾ ਨਹੀਂ ਕੀ ਭਾਣਾ ਵਰਤਿਆ, ਹੇਠਾਂ ਨੂੰ ਆ ਗਿਆ, ਕਿਉਂਕਿ ਅਜੇ ਪ੍ਰਾਪਤੀ ਨਹੀਂ ਸੀ ਲਿਖੀ ਹੋਈ। ਅੰਮ੍ਰਿਤ ਛਕਣ ਤੋਂ ਪਹਿਲਾਂ ਜਿਹੜੀ ਮੇਰੀ ਆਤਮਿਕ ਅਵਸਥਾ ਸੀ, ਉਹ ਅੰਮ੍ਰਿਤ ਛਕਣ ਤੋਂ ਬਾਅਦ ਨਹੀਂ ਬਣੀ। ਅੰਮ੍ਰਿਤ ਛਕਣ ਤੋਂ ਪਹਿਲਾਂ ਮੇਰੇ ਅੰਦਰ ਗੁਰੂ ਮਹਾਰਾਜ ਬੋਲਣ ਲੱਗ ਗਏ। ਮੈਨੂੰ ਹਮੇਸ਼ਾ ਲੱਗਿਆ ਕਰ ਮੇਰੇ ਨਾਲ ਕੋਈ ਤੁਰਿਆ ਜਾ ਰਿਹਾ। ਫਿਰ ਸਮਾਂ ਬਦਲਿਆ, ਫਿਰ ਡਾਊਨ ਆ ਗਿਆ। ਫਿਰ ਜਿਹੜਾ ਮੈਂ ਪੁਲਿਸ ਲਾਈਨ ਤੇ ਜੇਲ੍ਹ ਦੇ ਵਿੱਚ ਜਦੋਂ ਫਿਰ ਮੈਂ ਜਾਣ ਲੱਗਾ, ਉਦੋਂ ਫਿਰ ਅਵਸਥਾ ਬਹੁਤ ਉੱਚੀ ਹੋ ਗਈ। ਕਿਸੇ ਨਾਲ ਕੌਣ ਆ ਰਿਹਾ, ਕਿਸੇ ਘਰ ਕੀ ਹੋ ਰਿਹਾ, ਕਿਤੇ ਕੀ ਹੈ, ਉਹ ਸਾਰਾ ਮੈਨੂੰ ਪਤਾ ਲੱਗਣਾ ਸ਼ੁਰੂ ਹੋ ਰਿਹਾ। ਇਹ ਇਸ ਲਈ ਕਈ ਵਾਰੀ ਕੋਈ ਕਹਿੰਦਾ ਜੀ ਹੁਣ ਮੇਰਾ ਜੀਅ ਨਹੀਂ ਲੱਗਦਾ, ਘੱਟ ਮੈਂ ਇਹ ਉੱਚਾ ਨੀਵਾਂ ਹੁੰਦਾ ਰਹਿੰਦਾ। ਜੇ ਲਗਾਤਾਰ ਹੀ ਉਚਾਣ ਨੂੰ ਅਸੀਂ ਚੜ੍ਹਦੇ ਜਾਈਏ, ਫਿਰ ਤਾਂ ਪ੍ਰਾਪਤੀ ਛੇਤੀ ਹੋ ਜਾਏਗੀ। ਪਰ ਨੇ ਇਹ ਐਂ ਕਰਕੇ ਚੱਲਦਾ। ਤੁਸੀਂ ਕਦੇ ECG ਕਰਾਈ ਹੋਣੀ, ਜੋ ਜਿਹੜੀ ਤੁਹਾਨੂੰ ਦਿੰਦੇ ਕਿ ਨਹੀਂ, ਉਹ ਐਂ ਇਹ ਭਜਨਬੰਦੀ ਵੀ ਐਂ ਚੱਲਦੀ ਹੈ। ਜੇ ਕਿਤੇ ਲਗਾਤਾਰ ਚੜ੍ਹਾਈ ਚੜ੍ਹਦੀ ਜਾਏ, ਛੇਤੀ ਕਬ ਨਿਬੜ ਜਾਏਗਾ। ਕਦੇ ਹਉਮੈ ਆ ਗਈ ਤੇ ਕਦੇ ਕੁਛ ਹੋਰ ਹੋ ਗਿਆ ਤੇ ਕਦੇ ਕੁਛ ਹੋਰ ਹੋ ਗਿਆ। ਫਿਰ ਇਸ ਲਈ ਠੀਕ ਠਾਕ ਆ ਗਿਆ, ਫਿਰ ਲੱਗਦਾ, ਫਿਰ ਉੱਪਰ ਜਾਂਦਾ, ਫਿਰ ਕੁਛ ਹੋਰ ਹੋ ਗਿਆ। ਪਰ ਲੱਗੇ ਰਹਿਣਾ, ਇਹ ਹੇਠਾਂ ਉੱਪਰ ਤਾਂ ਚਲੀ ਜਾਏਗਾ। ਲੱਗੇ ਰਹੋ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ। ਮੈਂ ਤੇ ਮਿਹਨਤ ਕਰ ਸਕਦਾ, ਫਲ ਤੇ ਤੁਸੀਂ ਦੇਣਾ। ਫਲ ਸਾਡੇ ਵੱਸ 'ਚ ਨਹੀਂ ਹੈ। ਵੈਸੇ ਤਾਂ ਮਿਹਨਤ ਵੀ ਸਾਡੇ ਵੱਸ 'ਚ ਨਹੀਂ, ਪਰ ਪਹਿਲੀ ਜੀ ਸਟੇਜ ਹੈ, ਮਿਹਨਤ ਸਾਡੇ ਵੱਸ 'ਚ ਅਸੀਂ ਜਿੰਨੀ ਮਰਜ਼ੀ ਕਰ ਲਈਏ, ਪਰ ਮਿਹਨਤ ਦਾ ਫਲ ਸਾਡੇ ਵੱਸ 'ਚ ਨਹੀਂ। ਪਹਿਲਾ ਹੈ ਮਿਹਨਤ ਮੇਰੀ, ਰਹਿਮਤ ਤੇਰੀ, ਬ੍ਰਹਮ ਗਿਆਨ ਤੇ ਜਗਤ। ਮਿਹਨਤ ਵੀ ਤੂੰ ਕਰਾਈ ਤੇ ਰਹਿਮਤ ਵੀ ਤੂੰ ਕੀਤੀ, ਤੇ ਹੈ ਵੀ ਠੀਕ। ਮਿਹਨਤ ਦਾ ਗੁਣ ਵੀ ਉਹੀ ਪੈਦਾ ਕਰਦਾ। ਸੋ ਇਸ ਲਈ ਮਗਨ ਪਿਆ ਤੇ ਸੋ ਸੱਚ ਪਾਵੇ। ਜਿਹੜਾ ਮਗਨ ਹੋਏ ਦੇ ਨਾਮ ਜਪਣ, ਉਹਨੂੰ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਵਾਕਈ ਸਾਡਾ ਕੰਮ ਤੇ ਮਨ ਨਾਲ ਹੀ ਹੈ। ਸਾਧੇ ਤੇ ਕਾਬੂ ਕਰ ਲੈਣਾ। ਜਦੋਂ ਮਨ ਕਾਬੂ ਚ ਆ ਜਾਂਦਾ, ਸਿੱਧ ਹੋਏ ਪ੍ਰਾਪਤੀ ਹੋ ਜਾਂਦੀ ਹੈ। ਮਨ ਨੇ ਸਾਨੂੰ ਚੰਗੇ ਪਾਸੇ ਵੀ ਲਿਜਾਣਾ, ਮਨ ਨੇ ਸਾਨੂੰ ਮਾੜੇ ਪਾਸੇ ਵੀ ਲਿਜਾਣਾ। ਕੰਮ ਸਾਰੇ ਮਨ ਹੀ ਕਰਦਾ। ਕਿਸੇ ਦਾ ਮਨ ਉਹਨੂੰ ਅਹਾਤੇ 'ਚ ਲੈ ਗਿਆ, ਇਸ ਵੇਲੇ ਸ਼ਰਾਬ ਦੇ ਹਾਤੇ 'ਚ। ਤੁਹਾਡਾ ਮਨ ਤੁਹਾਨੂੰ ਇੱਥੇ ਸਤਸੰਗ 'ਚ ਲੈ ਗਿਆ। ਇਹ ਮਾਨੀ ਮਨ ਡਰਾਈਵਰ ਹੁੰਦਾ, ਸਰੀਰ ਗੱਡੀ ਹੁੰਦਾ। ਗੱਡੀ ਆਪਣੇ ਆਪ ਚੱਲ ਕੇ ਕਿਤੇ ਨਹੀਂ ਜਾਂਦੀ।
ਤੁਹਾਡੀ ਕਾਰ ਆਪਣੇ ਆਪ ਚੱਲ ਕੇ ਕਿਤੇ ਨਹੀਂ ਜਾਂਦੀ, ਤੁਸੀਂ ਚਲਾਉਣੀ। ਤੁਹਾਡੀ ਮਰਜ਼ੀ ਬਾਜ਼ਾਰ ਲੈ ਜਾਓ, ਤੁਹਾਡੀ ਮਰਜ਼ੀ ਗੁਰਦੁਆਰੇ ਲੈ ਜਾਓ, ਤੁਹਾਡੀ ਆਪਣੀ ਮਰਜ਼ੀ। ਸਾਡੇ ਤੋਂ ਚੰਗੇ ਮੰਦੇ ਕੰਮ ਮਨ ਹੀ ਕਰਵਾਉਂਦਾ ਹੈ। ਸਰੀਰ ਤਾਂ ਮਨ ਦੇ ਆਖੇ ਲੱਗਦਾ ਹੈ। ਬਸ ਜਿਵੇਂ ਮਨ ਕਹਿੰਦਾ ਇਹ ਸਰੀਰ ਉਵੇਂ ਕਰ ਦਿੰਦਾ, ਪਰ ਸਿਆਪਾ ਕੁੱਟ ਵਿਚਾਰੇ ਸਰੀਰ ਨੂੰ ਪੈਂਦੀ ਹੈ। ਦੇਖੋ, ਕੁੱਟ ਸਰੀਰ ਨੂੰ ਪੈਂਦੀ ਹੈ, ਸ਼ਰਾਰਤ ਮਨ ਦੀ ਹੈ। ਜਿਵੇਂ ਕੋਈ ਕਹਿ ਦੇ ਕਿਸੇ ਨੂੰ ਆ ਲੈ 5 ਲੱਖ ਰੁਪਈਆ ਤੇ ਤੂੰ ਫਲਾਣੇ ਦਾ ਕਤਲ ਕਰ ਦੇ, ਉਹ ਕਤਲ ਕਰ ਦਿੰਦਾ। ਸਜ਼ਾ ਉਸ ਕਾਤਲ ਨੂੰ ਮਿਲਦੀ ਹੈ। ਪਰ ਉਹਨੂੰ ਪੁੱਛਿਆ ਜਾਂਦਾ ਤੈਨੂੰ ਕਿਹਨੇ ਕਿਹਾ? ਉਹ ਕਹਿੰਦਾ ਮੈਨੂੰ ਫਲਾਣੇ ਕਿਹਾ। ਉਹਨੂੰ ਫਿਰ ਉਹਨੂੰ ਗੱਲ ਆ ਜਾ। ਹੁਣ ਮਨ ਨੂੰ ਕੋਈ ਕਿਵੇਂ ਫੜੇ? ਇਹ ਤਾਂ ਫੜ ਲੈਂਦਾ, ਸਰੀਰ ਤਾਂ ਫੜ ਹੋਏ ਤੇ ਮਨ ਨਹੀਂ ਫੜਾਉਂਦਾ। ਇਸ ਲਈ ਮਨ ਨਾਲ ਹੀ ਸਾਨੂੰ ਕੰਮ ਹੈ, ਇਹੀ ਚੰਗੇ ਕਰਾਉਂਦਾ, ਇਹੀ ਸਾਡੇ ਤੋਂ ਮੰਦੇ। ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਮਨ ਵਰਗਾ ਹੋਰ ਕੋਈ ਮਿਲਿਆ ਹੀ ਨਹੀਂ ਅੱਜ ਤੱਕ। ਇਹ ਮਨ ਹੈ। ਗੁਰੂ ਦੀ ਸੰਗਤ 'ਚ ਆ ਕੇ ਹੋਰ ਕੁਛ ਹੁੰਦਾ ਹੈ, ਆਮ ਬੰਦੇ ਸੰਗਤ 'ਚ ਆ ਕੇ ਹੋਰ ਕੁਛ ਹੁੰਦਾ। ਅਸੀਂ ਕੀ ਹਾਂ? ਜੋ ਸਾਡੀ ਸੰਗਤ ਹੈ। ਤੁਸੀਂ ਕਿਸੇ ਬੁਰਾਈ ਨੂੰ ਛੱਡਣਾ ਹੈ। ਜਿਸ ਵਿਅਕਤੀ ਤੋਂ ਤੁਹਾਨੂੰ ਬੁਰਾਈ ਪ੍ਰਾਪਤ ਹੋਈ ਸੀ, ਜਿੰਨਾ ਚਿਰ ਤੁਸੀਂ ਉਹਦੀ ਸੰਗਤ ਨਹੀਂ ਛੱਡਦੇ, ਤੁਸੀਂ ਬੁਰਾਈ ਨਹੀਂ ਛੱਡ ਸਕਦੇ। ਤੁਸੀਂ ਸ਼ਰਾਬ ਪੀਣੋਂ ਹਟ ਗਏ ਮੰਨ ਲਓ, ਪਰ ਮੁੜ ਕੇ ਸ਼ਰਾਬੀਆਂ 'ਚ ਹੀ ਬਹਿਨੇ ਹੋ, ਤੁਸੀਂ ਨਹੀਂ ਛੱਡ ਸਕਦੇ। ਤੁਹਾਨੂੰ ਉਹਨਾਂ ਦੀ ਸੰਗਤ ਛੱਡਣੀ ਪੈਣੀ। ਕਿਉਂ? ਇਹ ਮਨ ਨੇ ਕਿਸੇ ਦੀ ਸੰਗਤ ਕਰਨੀ, ਇਕੱਲਾ ਤੇ ਰਹਿ ਨਹੀਂ ਸਕਦਾ। ਕਹਿੰਦੇ ਮਨ ਸ਼ੈਤਾਨ ਦੀ ਟੂਟੀ ਹੈ, ਇਹ ਡੈਵਲਸ ਵਰਕਸ਼ਾਪ ਹੈ। ਇਹਨੂੰ ਲਾਈ ਰੱਖਣਾ ਚਾਹੀਦਾ ਕੰਮ 'ਚ, ਇਹਨੂੰ ਕੰਮ 'ਚ ਲਾਈ ਰੱਖਣਾ। ਉਦਾਹਰਣ ਵੀ ਦਿੰਦੇ ਹੁੰਦੇ ਮਹਾਂਪੁਰਖ। ਕਹਿੰਦੇ ਇੱਕ ਜੱਟ ਸੀ, ਉਹ ਨਾਲ ਦੇ ਪਿੰਡ ਇੱਕ ਸਾਧ ਆ ਗਿਆ। ਬੜੀ ਚਰਚਾ ਹੋ ਗਈ। ਜੱਟ ਦੀ ਘਰ ਵਾਲੀ ਕਹਿੰਦੀ ਵੀ ਅੱਜ ਕੱਲ੍ਹ ਤੁਸੀਂ ਵਿਹਲੇ ਹੋ, ਤੁਸੀਂ ਵੀ ਸੇਵਾ ਕਰ ਲਓ, ਸ਼ਾਇਦ ਕੋਈ ਗੱਲ ਬਣ ਜੇ। ਉਹਨੇ 3 ਮਹੀਨੇ ਸਾਧ ਦੀ ਸੇਵਾ ਕੀਤੀ। ਕਹਿੰਦਾ ਭਾਈ ਤੂੰ ਬੜੀ ਸੇਵਾ ਕੀਤੀ, ਮੰਗ ਕੀ ਮੰਗਦੇ? ਕਹਿੰਦਾ ਜੀ ਮੈਂ ਖੇਤੀਬਾੜੀ ਕਰਦਾ, ਇਕੱਲਾ ਮੈਂ ਬੰਦਾ ਤੇ ਕੰਮ ਧੰਦੇ ਬੜੇ ਨੇ, ਨੌਕਰ ਚਾਕਰ ਰੱਖਣ ਜੋਗਾ ਮੈਂ ਹੈ ਨਹੀਂ। ਕਹਿੰਦੇ ਅਸੀਂ ਤੈਨੂੰ ਨੌਕਰ ਦੇ ਦਿੰਦੇ, ਉਹ ਮੁਫਤ ਕੰਮ ਕਰੂਗਾ। ਕਹਿੰਦਾ ਜੀ ਫਿਰ ਤਾਂ ਗੱਲ ਹੀ ਬੜੀ ਵਧੀਆ। ਉਹਨੇ ਇੱਕ ਭੂਤ ਵਸ ਕੀਤਾ ਸੀ, ਉਹਨੂੰ ਬੁਲਾ ਲਿਆ, ਆ ਜਾ ਵਿੱਚ। ਕਹਿੰਦਾ ਲੈ ਬਈ ਇਹਨੂੰ ਲੈ ਜਾ, ਜੋ ਤੂੰ ਕੰਮ ਕਹੇਗਾ ਇਹ ਫਟਾਫਟ ਕਰ ਦੇਗਾ। ਬੜਾ ਖੁਸ਼ ਹੈ, ਲੈ ਕੇ। ਭੂਤ ਕਹਿੰਦਾ ਜੀ ਘਰ ਜਾ ਕੇ ਸੁਣੋ ਜੀ ਮੇਰੀ ਇੱਕ ਗੱਲ, ਜਿਹੜਾ ਮਰਜ਼ੀ ਕੰਮ ਦੱਸ ਦਿਓ ਮੈਂ ਕਰ ਦਾਂਗਾ, ਪਰ ਜਦੋਂ ਤੁਸੀਂ ਮੈਨੂੰ ਕੰਮ ਨਾ ਦੱਸਿਆ ਮੈਂ ਤੈਨੂੰ ਖਾ ਜਾਣਾ। ਉਹਨੇ ਸੋਚਿਆ ਮੇਰੇ ਤੇ ਕੰਮ ਵੀ ਬੜੇ ਨੇ, ਆਹ ਕੰਮ ਕਰ 2-4 ਮਿੰਟਾਂ 'ਚ ਕਰਕੇ ਆ ਜਾ ਕਰੇ। 3 ਦਿਨਾਂ 'ਚ ਨਾ ਸਾਰੇ ਕੰਮ ਹੀ ਮੁੱਕ ਗਏ। ਇਹਨੇ ਚਿਰ ਭੂਤ ਇੱਕ ਕੰਮ ਗਿਆ ਹੋਇਆ ਭੇਜਿਆ ਸੀ, ਉਹਦਾ ਭਾਜੜ ਪੈ ਗਈ, ਅੱਗੇ ਮੈਨੂੰ ਕੰਮ ਨਹੀਂ ਸੋਚਦਾ, ਇਹ ਆ ਕੇ ਮੈਨੂੰ ਖਾਊਗਾ। ਉਹ ਭੱਜਿਆ ਗਿਆ ਸਾਧੂ ਕੋਲ, ਮਹਾਰਾਜ ਜੀ ਉਹਦਾ ਭੂਤ ਕਹਿੰਦਾ ਵੀ ਜੇ ਤੂੰ ਮੈਨੂੰ ਕੰਮ ਨਾ ਦੱਸਿਆ ਮੈਂ ਤੈਨੂੰ ਖਾ ਜਾਣਾ ਹੈ। ਹਾਂ ਕਹਿੰਦਾ ਪਈ ਉਹਨੇ ਤੈਨੂੰ ਖਾ ਜਾਣਾ, ਉਹਨੂੰ ਕੰਮ ਲਾ ਕੇ ਰੱਖਣਾ। ਕੀ ਕਰਾਂ? ਕਹਿੰਦੇ ਐਂ ਕਰ ਪਏ, ਉਹਦੇ ਆਉਣ ਤੋਂ ਪਹਿਲਾਂ ਵਿਹੜੇ 'ਚ ਬਾਂਸ ਕੱਟ ਲੈ ਕੇ, ਜਦੋਂ ਆਵੇ ਦੱਸੋ ਜੀ ਹੋਰ ਕੀ ਕੰਮ ਕਰਨਾ? ਤੂੰ ਕਹਿੰਦੇ ਇਸ ਬਾਂਸ ਤੇ ਚੜੀ ਜਾ, ਉਤਰੀ ਜਾ। ਕਿੰਨੀ ਦੇਰ? ਕਹਿੰਦਾ ਜਿੰਨਾ ਚਿਰ ਮੈਂ ਅਗਲਾ ਕੰਮ ਨਹੀਂ ਤੈਨੂੰ ਦੱਸਦਾ। ਆ ਕੇ ਫਟਾਫਟ ਬਾਂਸ ਕੱਢ ਲਿਆ ਤੇ ਬੈਠੇ ਨੇ ਜੇ ਭੂਤ ਵੀ ਆ ਗਿਆ। ਮੈਂ ਤੁਹਾਡਾ ਕੰਮ ਕਰ ਰਿਹਾ, ਅਗਲਾ ਕੰਮ ਦੱਸੋ। ਕਹਿੰਦਾ ਇਸ ਬਾਂਸ ਤੇ ਚੜੀ ਜਾ, ਉਤਰੀ ਜਾ, ਚੜੀ ਜਾ, ਉਤਰੀ ਜਾ। 3 ਦਿਨ ਇਸ ਤਰ੍ਹਾਂ ਭੂਤ ਕਰਦਾ ਰਿਹਾ, ਤੰਗ ਆ ਗਿਆ। ਕਹਿੰਦਾ ਕੋਈ, ਕਹਿੰਦਾ ਜੀ ਮੈਂ ਹੁਣ ਜੇ ਕੰਮ ਨਹੀਂ ਫਿਰ ਮੈਂ ਚਲਿਆ ਜਾਵਾਂ? ਕਹਿੰਦਾ ਹਾਂ ਚਲਿਆ ਜਾ। ਤੇ ਭੂਤ ਚਲਿਆ ਗਿਆ। ਤੇ ਮਹਾਂਪੁਰਖ ਕਹਿੰਦੇ ਇਹ ਸਾਡਾ ਮਨ ਵੀ ਭੂਤ ਹੈ, ਇਹਨੂੰ ਕੰਮ 'ਚ ਲਾਈ ਰੱਖਣਾ। ਬਾਂਸ ਤੇ ਚੜ ਜਾ, ਵਾਹਿਗੁਰੂ, ਉਤਰ ਜਾ, ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ ਕਰੀ ਜਿਹੜਾ ਮਨ ਨੂੰ ਕੰਮ ਲੈ ਰੱਖੇ, ਕਹਿੰਦਾ ਬਸ ਬੜਾ ਵਧੀਆ ਨੌਕਰ ਹੈ। ਸੋ ਇਸ ਲਈ ਇਹ ਮਨ ਨਾਲ ਹੀ ਸਾਰਾ ਕੰਮ ਹੈ। ਤੇ ਮਨ ਵਰਗੇ ਕਹਿੰਦਾ ਹੋਰ ਮਿਲਿਆ ਵੀ ਕੋਈ ਨਹੀਂ ਹੈ, ਕਿਉਂਕਿ ਮਨ ਸਾਨੂੰ ਰੱਬ ਤੋਂ ਦੂਰ ਵੀ ਲਿਜਾ ਸਕਦਾ ਤੇ ਰੱਬ ਤੱਕ ਵੀ ਪਹੁੰਚਾ ਸਕਦਾ ਹੈ। ਇਹ ਮਨ ਸ਼ਕਤੀ, ਇਹ ਮਨ ਸੀਓ, ਸ਼ਕਤੀ ਦਾ ਮਾਇਆ, ਸੀਓ ਦਾ ਪਰਮਾਤਮਾ। ਇਹ ਮਨ ਸ਼ਕਤੀ ਦਾ ਰੂਪ ਵੀ ਹੈ, ਮਾਇਆ ਦਾ ਰੂਪ ਵੀ ਹੈ, ਇਹ ਮਨ ਰੱਬ ਰੂਪ ਵੀ ਹੈ। ਇਹ ਰੱਬ ਰੂਪ ਵੀ ਹੈ। ਇਹ ਮਨ ਪੰਜ ਤਤ ਕੋ ਜੀਓ, ਜੀਓ ਮੈਨੇ ਜਿੰਦ। ਇਹ ਸਾਡਾ ਸਰੀਰ ਜਿਹੜਾ ਪੰਜਾਂ ਤੱਤਾਂ ਦਾ ਬਣਿਆ, ਇਹਦੇ ਅੰਦਰ ਜਿੰਦ ਜਿਹੜੀ ਹੈ ਮਨ ਹੈ। ਮਨ ਕਰਕੇ ਅਸੀਂ ਕਹਿੰਦੇ ਜਿਉਂਦੇ। ਇਹ ਮਨ ਲੈ ਜੋ ਉਨ ਮਨ ਰਹੇ। ਇਸ ਮਨ ਨੂੰ ਵਸ ਕਰਕੇ ਜੇ ਕੋਈ ਉਨਮਨੀ ਅਵਸਥਾ 'ਚ ਰਹਿੰਦਾ, ਬ੍ਰਹਮ ਗਿਆਨ ਦੀ ਅਵਸਥਾ, ਉਨਮਨ ਅਵਸਥਾ ਦੀ ਬ੍ਰਹਮ ਗਿਆਨ ਦੀ ਅਵਸਥਾ, ਜਿਹੜਾ ਇਸ ਮਨ ਨੂੰ ਕਾਬੂ ਕਰਕੇ ਬ੍ਰਹਮ ਗਿਆਨ ਦੀ ਅਵਸਥਾ 'ਚ ਰਹਿੰਦਾ ਨਾ, ਤਾਂ ਤੀਰ ਲੋਕੀ ਬਾਤਾਂ ਕਹੇ। ਬਾਤਾਂ ਕੀ ਕਕਰ ਵੈਰੀ ਬਿੰਦੀ, ਤੀਨ ਲੋਕ ਕੀ ਬਾਤਾਂ ਕਹੇ। ਉਹ ਫਿਰ ਤਿੰਨਾਂ ਲੋਕਾਂ ਦੀ ਗੱਲਾਂ ਕਰਦਾ। ਮਾਤ ਲੋਕ ਐਂ ਹੋ ਰਿਹਾ, ਪਤਾਲ 'ਚ ਐਂ ਹੋ ਰਿਹਾ, ਆਕਾਸ਼ ਲੋਕ ਜਾ ਹੋ ਰਿਹਾ, ਸਭ ਨੂੰ ਗਿਆਨ ਪੈਦਾ। ਤਿੰਨਾਂ ਲੋਕਾਂ ਦੀ ਗੱਲਾਂ ਕਰਦਾ। ਜਈਆ ਜੋ ਜਾਣੈ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉਂ। ਕਹਿੰਦੇ ਜੇ ਤੂੰ ਜਾਣਦਾ ਨਾ ਤੇ ਫਿਰ ਆਪਣੀ ਭੈੜੀ ਮਤ ਜੇ ਉਹਨੂੰ ਹਨ, ਉਹਨੂੰ ਨਾਸ ਕਰ ਦੇ। ਆਪਣੀ ਭੈੜੀ ਮਤ ਦੂਰ ਕਰ ਲੈ। ਫਿਰ ਕਿ ਕਰ ਬਸ ਕਾਇਆ ਗਾਉਂ। ਗਾਉਂ ਦਾ ਪਿੰਡ, ਇੱਕ ਹੁੰਦੇ ਗਾਉਂ ਗਾਉਣਾ, ਇੱਕ ਗਾਉਂ ਪਿੰਡ ਨੂੰ ਕਹਿੰਦੇ। ਹਿੰਦੀ ਵਾਲੇ ਗਾਉਂ ਕਹਿੰਦੇ ਨੇ, ਆਪਾਂ ਕਹਿੰਦੇ ਤੂੰ ਕਿਹੜੇ ਗਾਉਂ ਰਹਿਣਾ ਵੇ, ਕਿਹੜੇ ਗਾਉਂ ਚੱਲੇ ਆ, ਕਿਹੜੇ ਪਿੰਡ ਚੱਲੇ। ਅੰਦਰੋਂ ਕਹਿੰਦੇ ਦੁਰਮਤ ਦੂਰ ਕਰ, ਇਸ ਸਰੀਰ ਨੂੰ, ਸਰੀਰ ਰੂਪੀ ਪਿੰਡ ਨੂੰ ਆਪਣੇ ਵੱਸ 'ਚ ਕਰ ਲੈ। ਰਣ ਰੂਤੋ ਭਾਜੈ, ਭਾਜੈ ਨਹੀਂ, ਸੂਰੋ ਥਾਰੋ ਨਾਮ। ਰਣ ਲੜਾਈ ਦਾ ਮੈਦਾਨ। ਹੁਣ ਅੰਦਰੋਂ ਦੁਰਮਤ ਦੂਰ ਕਰਨੀ ਹੈ, ਫਿਰ ਬੁਰਾਈਆਂ ਨਾਲ ਲੜਨਾ ਪੈਣਾ। ਜਦੋਂ ਫਿਰ ਰਣ ਦੇ ਵਿੱਚ, ਲੜਾਈ ਦੇ ਮੈਦਾਨ 'ਚ ਪੂਰਾ ਰੁੱਝ ਜਾਂਦਾ, ਬੁਰਾਈਆਂ ਨਾਲ ਲੜਦਾ ਲੜਦਾ, ਭਾਜੈ ਨਹੀਂ, ਜੇ ਤੂੰ ਦੌੜੇਗਾ ਨਹੀਂ ਨਾ ਮੈਦਾਨ 'ਚੋਂ, ਸੂਰੋ ਥਾਰੋ ਨਾਮ, ਤੇਰਾ ਨਾਮ ਹੋਏਗਾ ਸੂਰਮਾ। ਬੁਰਾਈਆਂ ਨਾਲ ਲੜਨਾ, ਭੱਜਣਾ ਨਹੀਂ ਕਹਿੰਦੇ। ਜਿਹੜਾ ਆੜ ਖਲੋਂਦਾ ਨਾ, ਆੜ ਖਲੋਂਦਾ, ਮੈਨੂੰ ਯਾਦ ਹੈ ਬੜਾ ਦੀ ਸਮਾਣੇ ਨਾਲ ਡਿਊਟੀ ਲੱਗ ਗਈ ਐਗਜ਼ਾਮ ਦੇ ਵਿੱਚ। ਉਹ ਨਕਲ ਨਾ ਮਾਰਨ ਦੇਣ, ਵਿਗੜੇ ਹੋਏ ਮੁੰਡੇ ਨਕਲ ਮਾਰਨਾ ਚਾਹੁਣ, ਉਹ ਸੁਪਰਡੈਂਟ ਤੋਂ ਨਕਲ ਨਾ ਮਾਰਨ ਦੇਣ। ਇੱਕ ਦਿਨ ਸ਼ਾਮ ਨੂੰ ਬਾਜ਼ਾਰ ਜਾ ਰਹੇ ਸੀ, ਫਿਰ 13-14 ਮੁੰਡਿਆਂ ਨੇ ਘੇਰ ਲਿਆ। ਹਾਕੀਆਂ ਨੇ ਕੋਲ ਵੈਸੀ ਸੁਪਰਡੈਂਟ ਨੂੰ ਡਰਾ ਦਿੰਦੇ ਆ, ਫਿਰ ਕਰ ਨਕਲ ਮਾਰ। ਬਰਦਰ ਖੜ ਗਏ, ਇਹ ਐਂ ਹੱਥ ਕਰ ਲਿਆ ਪਿੱਛੇ, ਜਿੱਥੇ ਪਿੱਛੇ ਜੇਬ ਹੁੰਦੀ ਸੀ। ਕਹਿੰਦਾ ਸੁਣੋ ਏ, ਜਿਹਨੇ ਮਾਂ ਦਾ ਦੁੱਧ ਪੀਤਾ, ਆ ਜਾਓ ਮੈਂ ਦੇਖਦਾ ਕਿਹੜਾ ਮੈਨੂੰ ਹੱਥ ਲਾਉਂਦਾ। ਉਹਨੇ ਸੋਚਿਆ ਜਿਹੜਾ ਹੱਥ ਪਿੱਛੇ ਕੀਤਾ ਪਿਸਤਲ ਹੋਊਗਾ। ਕਹਿੰਦੇ ਆਓ, ਜਿਹਨੇ ਮਾਂ ਦਾ ਦੁੱਧ, ਆਓ ਮੈਨੂੰ ਹਾਕੀ ਮਾਰ ਕੇ ਦਿਖਾਓ ਤੁਹਾਨੂੰ, ਜੇ ਨਾ ਮਾਰ ਮਾਰ ਕੇ ਮਾਰਤਾ ਤੁਹਾਨੂੰ। ਇੱਕ ਇੱਕ ਕਰਕੇ ਸਾਰੇ ਖਿੜ ਗਏ। ਕਹਿੰਦਾ ਬਾਕੀ ਦਿਨ ਆਪਣੇ ਵਧੀਆ ਲੰਘੇ, ਪਰ ਫਿਰ ਕਿਸੇ ਨਕਲ ਮਾਰਨ ਦੀ ਕੋਸ਼ਿਸ਼ ਕੀਤੀ। ਆੜ ਖਲੋ, ਆ ਸੜਿਆ ਜਿਹਾ ਕੁੱਤਾ ਹੁੰਦਾ, ਇਹ ਤੁਹਾਡੇ ਮਗਰ ਪਏ, ਤੁਸੀਂ ਭੱਜ ਲਓ, ਬਸ ਤੁਹਾਨੂੰ ਵੱਢ ਖਾਏਗਾ। ਉਹਦਾ ਮੂੰਹ ਕਰਕੇ ਖੜ ਜਾਓ। ਉਹ ਕਹੂਗਾ ਇਹਦੇ ਕੋਲ ਕੁਛ ਹੋਣਾ ਜਾਂ ਆੜ ਖਲੋਤੇ। ਇੱਥੇ ਮੈਂ ਤਮਾਸ਼ਾ ਬੜੇ ਸਾਲਾਂ ਦੇ ਇੱਕ ਵਾਰ ਤੁਹਾਨੂੰ ਸੁਣਾਇਆ ਵੀ ਸੀ। ਮੈਂ ਕੁਦਰਤੀ ਦਰਵਾਜ਼ੇ ਦੇ ਵਿੱਚ ਬੈਠਾ, ਕੁਰਸੀ ਢਾ ਕੇ, ਸ਼ਾਮ ਦਾ ਵੇਲਾ ਸੀ। ਇੱਕ ਸੂਰ ਜਿਹੜਾ ਉਹਦਾ ਅੱਗੇ ਕੱਚਾ ਹੁੰਦਾ ਸੀ, ਉਹ ਗੰਦਮੰਦ ਖਾ ਰਿਹਾ, ਬੜਾ ਮੋਟਾ ਤਾਜ਼ਾ ਸੂਰ। ਇੱਕ ਕੁੱਤਾ ਆ ਗਿਆ, ਆਦਤ ਹੈ ਭੌਂਕਣ ਦੀ, ਕੁੱਤੇ ਨੂੰ ਆਦਤ ਹੈ ਭੌਂਕਣ ਦੀ।
ਭੌਂਕਣ ਲੱਗੇ ਸੂਰ ਨੂੰ। ਮੈਂ ਦੇਖਦਿਆਂ ਵੀ ਇਹ ਕੀ ਕਰਦੇ ਨੇ ਬੈਠਾ। ਜਦੋਂ ਕੁੱਤਾ ਭੌਂਕਦਾ ਸੂਰ ਦੇ ਨੇੜੇ ਜਾਏ, ਉਹ ਕੋਈ ਤਗੜਾ ਸੀ, ਉਹ ਚੁਗਣਾ ਛੱਡ ਕੇ ਨਾ ਇਹ ਐਂ ਕਰਿਆ ਕਰ ਸਿਰ ਨਾਲ, ਕੁੱਤਾ ਬਗਰ ਚਲਿਆ ਜਾਏ ਡਰਦਾ। ਫੇਰ ਨੇੜੇ ਭੌਂਕ ਲਓ, ਫੇਰ ਐਂ ਕਰਦਿਆ ਕਰੇ। ਅੱਧੇ ਘੰਟੇ ਬਾਅਦ ਕੁੱਤੇ ਦਾ ਮੇਰੇ ਵਾਂਗੂ ਗਲਾ ਖਰਾਬ ਹੋ ਗਿਆ ਤੇ ਟਿਕ ਕੇ ਬਹਿ ਗਿਆ। ਮੈਂ ਜੇ ਕਿਤੇ ਸੂਰ ਭੱਜ ਲੈਂਦਾ, ਇਸ ਕੁੱਤੇ ਨੇ ਉਹਦੀ ਲੱਤ ਫੜ ਲੈਣੀ, ਫੜ ਲੈਣੀ। 40 ਬੰਦੇ ਕੁੱਲ 10 ਲੱਖ ਦੇ ਸਾਹਮਣੇ ਅੜ ਖਲੋਤੇ। ਕੁੱਲ 500 ਬੰਦਾ ਸੀ ਅਨੰਦਪੁਰ ਸਾਹਿਬ ਦੇ ਕਿਲੇ 'ਚ। ਜਦੋਂ ਬਾਹਰ ਲੱਖਾਂ ਦਾ ਘੇਰਾ ਪਿਆ, ਉਹਨਾਂ ਦਾ ਹੌਸਲਾ ਨਹੀਂ ਸੀ ਪੈਂਦਾ। ਵੈਸੇ 500 ਨੂੰ ਫੜ ਲਈ, ਹੌਸਲਾ ਨਹੀਂ ਸੀ ਪੈਂਦਾ। 10 ਮਹੀਨੇ ਹੌਸਲਾ ਨਹੀਂ ਪਿਆ। ਅਖੀਰ ਨੂੰ ਸਮਝੌਤਾ ਹੋਇਆ, ਗੁਰੂ ਬਣ ਨਿਕਲੇ, ਚਮਕੌਰ ਸਾਹਿਬ ਪਹੁੰਚ ਗਏ ਨੇ। ਜਦੋਂ ਉਹ ਨਦੀ 'ਚ, ਸਰਸਾ ਨਦੀ 'ਚ ਦੇ ਕੰਢੇ ਤੇ ਪਹੁੰਚੇ, ਉਹਨਾਂ ਨੇ ਹਮਲਾ ਕਰਤਾ ਦੁਬਾਰਾ। 450 ਬੰਦਾ ਉੱਥੇ ਸ਼ਹੀਦ ਹੋ ਗਿਆ। ਬਾਕੀ ਸਿੱਖ ਸਿਰਫ 50 ਬਚੇ, ਜਿਹੜੇ ਗੁਰੂ ਮਹਾਰਾਜ ਜਿਹਨਾਂ ਨੇ ਸਰਸਾ ਨਦੀ ਪਾਰ ਕੀਤੀ। ਉਹਨਾਂ ਦੇ ਵਿੱਚੋਂ 7-8 ਫਿਰ ਰੋਪੜ ਦੇ ਨੇੜੇ ਆ ਕੇ, ਰੋਪੜ ਦੇ ਜਿਹੜੇ ਰੰਗੜ ਸਨ, ਉਹਨਾਂ ਨੇ ਹਮਲਾ ਕਰਤਾ, ਉੱਥੇ ਸ਼ਹੀਦ ਹੋ ਗਏ ਸੀ। ਤੇ ਕੁੱਲ 43 ਬੰਦੇ ਪਹੁੰਚੇ ਸਨ ਚਮਕੌਰ ਸਾਹਿਬ ਦੀ ਗੜੀ। ਹੌਸਲਾ ਨਹੀਂ ਸੀ ਫਿਰ ਵੀ ਪੈਂਦਾ ਉਹਨਾਂ ਦਾ ਅੰਦਰ ਹੋਣ ਤੇ। ਕਿਉਂ? ਇੱਧਰਲੇ ਅੜ ਖਲੋਤੇ ਸਨ। ਅਗਲਾ ਕਹਿੰਦਾ ਮਰਨਾ ਤਾਂ ਹੁਣ ਹੈ ਹੀ ਹੈ, ਹੁਣ ਤਾਂ ਡਰਨ ਦੀ ਕੀ ਲੋੜ। ਉਹਨਾਂ ਨੂੰ ਪਤਾ ਮੌਤ ਤੇ ਆ ਹੀ ਜਾਣੀ, ਚਾਹੇ ਡਰ ਲਓ ਤੇ ਚਾਹੇ ਕੁਛ ਕਰ ਲਓ। ਬੜੇ ਖਲੋਤੇ ਸਾਰੇ ਸ਼ਹੀਦ ਹੋ ਗਏ, ਦੁਸ਼ਮਣ ਦੇ ਹੱਥ ਨਹੀਂ ਆਏ। ਇਹਨੂੰ ਕਹਿੰਦੇ ਸੂਰਮਾ। ਰਣ ਰੁੱਤੋਂ ਭਾਜੈ ਨਹੀਂ, ਸੂਰੋ ਥਾਰੋ ਨੋ ਫੇਰੋਗਾ। ਇਸ ਲਈ ਕਹਿੰਦੇ ਤੂੰ ਲੜਾਈ ਦੇ ਮੈਦਾਨ 'ਚ, ਤੂੰ ਬੁਰਾਈਆਂ ਦੇ ਨਾਲ ਲੜ ਰਿਹਾ ਹੈ ਤੇ ਤੂੰ ਭੱਜਣਾ ਨਹੀਂ ਹੈ, ਫਿਰ ਤੇਰਾ ਨਾਮ ਸੂਰਮਾ ਹੋ ਸਕਦਾ ਹੈ। ਰਾਰਾ ਰਸ ਨਿਰਸ ਕਰ ਜਾਣੇ, ਇਹਨੂੰ ਨਿਰਸ ਨਹੀਂ ਪੜ੍ਹਨਾ। ਰਸ ਦਾ ਵਿਰੋਧੀ ਸ਼ਬਦ ਹੈ ਨਿਰਸ। ਹਿੰਦੀ 'ਚ ਹੁੰਦਾ ਨੀਰਸ, ਉਹ ਬੈਰੀ ਨਾਲ ਹੁੰਦਾ, ਜਿਸ 'ਚ ਕੋਈ ਰਸ ਨਾ ਆਵੇ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਜਿਹੜਾ ਸੰਸਾਰਕ ਰਸ ਤੋਂ ਨਿਰਸ ਹੋ ਜਾਂਦਾ ਹੈ, ਜਿਹਨੂੰ ਇਹ ਸੰਸਾਰਕ ਰਸ ਚੰਗਾ ਨਹੀਂ ਲੱਗਦਾ, ਫਿੱਕਾ ਲੱਗਦਾ ਹੈ, ਫਿਰ ਕਹਿੰਦਾ ਹੋਏ ਨਿਰਸ, ਉਹ ਫਿਰ ਇਹਨਾਂ ਜੀਵ ਦੇ ਸਵਾਦਾਂ ਵੱਲੋਂ ਨਿਰਸ ਹੋ ਜਾਂਦਾ ਹੈ। ਉਹਨੂੰ ਇਹ ਇੰਦਰੀਆਂ ਦੇ ਸਵਾਦ ਚੰਗੇ ਨਹੀਂ ਲੱਗਦੇ, ਸੋ ਰਸ ਪਹਿਚਾਨੇ। ਅਸਲ ਨਾਮ ਰਸ ਉਹਨੂੰ ਪਤਾ ਲੱਗਦਾ। ਨਾਮ ਰਸ ਉਦੋਂ ਆਉਂਦਾ ਹੈ ਜਦੋਂ ਅਸੀਂ ਜੀਵ ਦੀ ਇੰਦਰੀਆਂ ਦੇ ਰਸਾਂ ਨੂੰ ਛੱਡ ਦਈਏ, ਇਹਨਾਂ ਨੂੰ ਫਿੱਕਿਆਂ ਸਮਝੇ, ਬੇਸਵਾਦੇ ਸਮਝੇ। ਨਿਰਸ ਜਿਹਨਾਂ ਤੇ ਰਸ ਨਹੀਂ ਕੋਈ, ਬੇਸਵਾਦਾ। ਫਿਰ ਕਹਿੰਦੇ ਨਾਮ ਰਸ ਆਉਂਦਾ, ਫਿਰ ਪਤਾ ਲੱਗਦਾ ਇਹ ਰਸ ਛੱਡੇ ਉਹ ਰਸ ਆਵੇ। ਜਦੋਂ ਇਹ ਇੰਦਰੀਆਂ ਦੇ ਰਸ ਛੱਡ ਦਿੱਤੇ, ਫਿਰ ਨਾਮ ਰਸ ਆਉਂਦਾ ਹੈ, ਫਿਰ ਨਾਮ ਰਸ ਆਉਂਦਾ। ਉਹ ਰਸ ਪੀਆ, ਇਹ ਰਸ ਨਹੀਂ ਪਾਵੇ। ਜਦੋਂ ਨਾਮ ਰਸ ਪੀ ਲਿਆ, ਫਿਰ ਆ ਦੂਜਾ ਇੰਦਰੀਆਂ ਦੇ ਰਸ ਚੰਗੇ ਹੀ ਨਹੀਂ ਲੱਗਦੇ। ਫਿਰ ਦੂਜੇ ਸੰਸਾਰਕ ਰਸ ਚੰਗੇ ਨਹੀਂ ਲੱਗਦੇ, ਕਿਉਂਕਿ ਉਹ ਨਾਮ ਰਸ ਪੀ ਲਿਆ। ਲੱਲਾ ਐਸੇ ਲਿਵ ਮਨ ਲਾਵੇ। ਜਦੋਂ ਮਨ ਜਿਹੜਾ ਹੈ ਪਰਮਾਤਮਾ ਨਾਲ ਲਿਵ ਲਾ ਲੈਂਦਾ, ਅਨੰਤ ਨਾ ਜਾਏ, ਪਰਮ ਸੱਚ ਪਾਵੇ, ਫਿਰ ਉਹ ਪਰਮਾਤਮਾ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾਂਦਾ, ਕਿਉਂਕਿ ਉਹਦੇ ਲਿਵ ਲੱਗ ਗਈ। ਸਾਡੀ ਤਾਂ ਜੇ ਲਿਵ ਨਹੀਂ ਲੱਗਦੀ ਸੀ, ਸਾਨੂੰ ਰਸ ਨਹੀਂ ਆਉਂਦਾ। ਜਦੋਂ ਰਸ ਆਏਗਾ, ਅਸਲ ਲਿਵ ਉਦੋਂ ਲੱਗੇਗੀ, ਉਹ ਤਾਂ ਲਿਵ ਲੱਗੇ। ਜਦੋਂ ਫਿਰ ਲਿਵ ਲੱਗਦੀ ਹੈ, ਐਸੇ ਲਿਵ ਮਨ ਲਾਵੇ, ਅਨੰਤ ਨਾ ਜਾਏ, ਉਹ ਕਿਤੇ ਹੋਰ ਪਾਸੇ ਨਹੀਂ ਜਾਂਦਾ, ਫਿਰ ਪਰਮ ਸੱਚ ਪਾਵੇ, ਉਹਨੂੰ ਫਿਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਉਹਨੂੰ ਉਹਦੀ ਲਿਵ ਲੱਗ ਗਈ।
ਅਰ ਜੋ ਤਹਾਂ ਪ੍ਰੇਮ ਲਿਵ ਲਾਵੇ, ਜਿਹੜਾ ਪਿਆਰ ਸਹਿਤ ਪਰਮਾਤਮਾ ਨਾਲ ਲਿਵ ਲਾਉਂਦਾ ਨਾ, ਤਾਂ ਅੱਲਾ ਲਹਿ ਚਰਨ ਸਮਾਵੇ। ਅੱਲਾ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ। ਅਰਬੀ ਤੇ ਫਾਰਸੀ ਦਾ ਨਿਯਮ ਹੈ ਕਿ ਹਾਹੇ ਤੋਂ ਪਹਿਲਾਂ ਅਖੀਰ 'ਚ ਹਾਹਾ ਹੋਵੇ, ਉਸ ਤੋਂ ਪਹਿਲਾ ਅੱਖਰ ਮੁਕਤਾ ਵੱਲੋਂ ਕਰਨਾ ਲੱਗਦਾ ਅੱਲਾ। ਇਹਨੂੰ ਅੱਲ੍ਹ ਨਹੀਂ ਪੜ੍ਹਨਾ। ਜੇ ਹਿੰਦੀ ਪੰਜਾਬੀ ਦਾ ਹੁੰਦਾ ਫਿਰ ਪੜ੍ਹਦੇ ਅੱਲ੍ਹ। ਇਹ ਅਰਬੀ ਭਾਸ਼ਾ ਦਾ, ਆਪਾਂ ਰੱਬ ਕਹਿੰਦੇ ਹਾਂ, ਅਰਬੀ ਭਾਸ਼ਾ ਕਹਿੰਦੇ ਅੱਲਾ। ਅੱਲਾਹੁ ਅਕਬਰ, ਅਕਬਰ ਵੱਡੇ ਨੂੰ ਕਹਿੰਦੇ, God is great, ਅੱਲਾਹੁ ਅਕਬਰ। ਅਕਬਰ ਤੋਂ ਮੈਨੂੰ ਯਾਦ ਆ, ਇੱਕ ਵਾਰੀ ਅਕਬਰ ਦਾ ਦਰਬਾਰ ਲੱਗਾ, ਬੀਰਬਲ ਵਿੱਚ ਬੈਠਾ, ਕਹਿੰਦਾ ਵੀ ਬੀਰਬਲ ਤੁਸੀਂ ਹਿੰਦੂ ਲੋਕ ਰਾਮ ਰਾਮ ਕਿਉਂ ਕਰਦੇ ਰਹਿੰਦੇ? ਕਹੇ ਜੀ ਰਾਮ ਰਾਮ ਕਰਨਾ ਰਾਮ ਮਿਲਦਾ, ਤਾਂ ਮੈਂ ਨਹੀਂ ਮੰਨਦਾ। ਕਹੇ ਜੀ 3 ਮਹੀਨੇ ਦੇ ਦਿਓ, ਮੰਨ ਜਾਓਗੇ ਤੁਸੀਂ। ਅੱਛਾ ਦਿੱਤੇ। ਰਾਜਾ ਨੂੰ ਬੜੇ ਕੰਮ ਹੁੰਦੇ, 2.5 ਮਹੀਨੇ ਲੰਘ ਗਏ ਤੇ ਉਹਨੇ ਸੋਚਿਆ ਰਾਜਾ ਦਾ ਭੁੱਲ ਭੁਲਾ ਗਿਆ। ਕਿਹਨੇ ਸੋਚਿਆ? ਬੀਰਬਲ। ਫਿਰ ਰਾਜਾ ਨੇ ਮੁੜ ਕੇ ਗੱਲ ਹੀ ਨਹੀਂ ਕੀਤੀ, ਇਹਨੂੰ ਗੱਲ ਭੁੱਲ ਗਈ। ਉਹਨੇ ਇੱਕ ਬੀਬੀ ਬੁਲਾਈ, ਕਹਿੰਦਾ ਬੀਬੀ ਆਹ ਦਰਖਤ ਜਿਹੜਾ ਹੈ ਰਾਹ ਦੇ ਨਾਲ, ਤੂੰ ਦਰਖਤ ਹੇਠ ਜੋ ਦਿਨ ਚੜ੍ਹ ਜਾਣਾ, ਸੂਰਜ ਨਿਕਲ ਆਵੇ, ਇੱਕ ਕੱਪੜਾ ਲੈ ਆਉਣੇ ਘਰੋਂ, ਉਹਨੂੰ ਚੌੜਾ ਕਰਕੇ ਦਰਖਤ ਦੇ ਹੇਠਾਂ ਵਿਛਾ ਲੈਣਾ, ਉਸ ਤੇ ਤੂੰ ਬਹਿ ਜਾਣਾ ਤੇ ਅਕਬਰ ਅਕਬਰ ਸਾਰਾ ਦਿਨ ਕਹਿੰਦੇ ਰਹਿਣਾ। ਜਿੰਨੇ ਪੈਸੇ ਮੰਗੇਗੀ ਤੈਨੂੰ ਉਹਨੇ ਮਿਲ ਜਾਣੇ, ਜਿੰਨਾ ਚਿਰ ਮੈਂ ਨਹੀਂ ਕਹਿੰਦਾ ਉਹਨੇ ਦਿਨ ਤੂੰ ਲੱਗੇ ਰਹਿਣਾ। ਜੇ ਤੈਨੂੰ ਕੋਈ ਪੁੱਛੇ ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ ਹੈ, ਤੂੰ ਇਹ ਨਹੀਂ ਕਹਿਣਾ ਮੇਰੀ ਮਰਜ਼ੀ। ਜੇ ਤੂੰ ਪੁੱਛੇ ਵੀ ਜੇ ਮੰਨ ਲਓ ਅਕਬਰ ਵੀ ਆ ਜੇ ਤੈਨੂੰ ਮਿਲਣ, ਤੇ ਉਹ ਕਹੇ ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ ਹੈ, ਕਹੇ ਜੀ ਮੇਰੀ ਮਰਜ਼ੀ ਬਸ। ਲੋ ਜੀ ਜਦੋਂ 10-12 ਦਿਨ ਬੀਤੇ ਨਾ, ਮਿਨਿਸਟਰਾਂ ਤੱਕ ਗੱਲ ਪਹੁੰਚ ਗਈ। ਉੱਥੇ ਇੱਕ ਬੀਬੀ ਬੈਠੀ ਹੈ, ਉਹ ਹਰ ਵਕਤ ਸਾਰਾ ਦਿਨ ਸੂਰਜ ਨਿਕਲਣ ਲੈ ਕੇ ਦਿਨ ਛਿਪਣ ਅਕਬਰ ਅਕਬਰ ਕਰਦੀ ਰਹਿੰਦੀ ਹੈ। ਜੇ ਉਹਨੂੰ ਪੁੱਛਦੇ ਤੂੰ ਕਿਉਂ ਕਰਦੀ? ਮੇਰੀ ਮਰਜ਼ੀ। ਮੰਤਰੀ ਕਹਿੰਦੇ ਯਾਰ ਰਾਜੇ ਦਾ ਨਾਂ ਲੈਂਦੇ, ਪਤਾ ਤੇ ਕਰੀਏ ਕਿ ਕੋਈ ਕੰਮ ਹੀ ਨਾ ਹੋਵੇ। ਮੰਤਰੀ ਚਲੇ ਗਏ। ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ? ਕਹਿੰਦੇ ਮੇਰੀ ਮਰਜ਼ੀ। ਨਹੀਂ ਕਹਿੰਦੇ ਅਸੀਂ ਉਹਦੇ ਮੰਤਰੀ ਹਾਂ, ਜੇ ਤੈਨੂੰ ਅਕਬਰ ਦਾ ਕੰਮ ਹੈ ਸਾਨੂੰ ਦੱਸ। ਕਹਿੰਦੇ ਨਾ ਮੈਨੂੰ ਕੋਈ ਕੰਮ ਨਹੀਂ। ਤੂੰ ਫਿਰ ਅਕਬਰ ਅਕਬਰ ਕਿਉਂ ਕਰਦੀ? ਕਹਿੰਦੇ ਮੇਰੀ ਮਰਜ਼ੀ। ਇਹ ਗੱਲ 15 ਦਿਨ ਦੇ ਵਿੱਚ ਅਕਬਰ ਤੱਕ ਵੀ ਪਹੁੰਚ ਗਈ ਹੈ ਵੀ ਇੱਕ ਬੀਬੀ ਬੈਠੀ ਹੈ ਜੀ ਇੰਨੇ ਦਿਨਾਂ ਤੋਂ ਅਕਬਰ ਅਕਬਰ ਕਰਦੀ ਰਹਿੰਦੀ ਹੈ। ਜੇ ਇਹਨੂੰ ਮੈਂ ਪੁੱਛਦੇ, ਅਸੀਂ ਪੁੱਛਦੇ ਹਾਂ, ਉਹ ਕਹਿੰਦੇ ਮੇਰੀ ਮਰਜ਼ੀ। ਅਕਬਰ ਕਹਿੰਦੇ ਚਲ ਜਾ ਕੇ ਮਿਲਦਾ ਹੈ ਨਹੀਂ। ਅਕਬਰ ਆ ਗਿਆ, ਮਿਨਿਸਟਰ ਆ ਗਏ, ਬੀਰਬਲ ਵਿੱਚ ਹੀ ਆ ਗਏ। ਅਕਬਰ ਕਹਿੰਦਾ ਬੀਬੀ ਤੂੰ ਅਕਬਰ ਅਕਬਰ ਕਿਉਂ ਕਰਦੀ ਹੈ? ਕਹਿੰਦੇ ਮੇਰੀ ਮਰਜ਼ੀ। ਕਹਿੰਦੇ ਬੀਬੀ ਮੈਂ ਹੀ ਅਕਬਰ ਹਾਂ, ਠੀਕ ਹੈ, ਤੈਨੂੰ ਕੋਈ ਚੀਜ਼ ਚਾਹੀਦੀ, ਕੋਈ ਦੁੱਖ ਹੈ? ਨਾ ਜੀ ਕਹਿੰਦੇ ਕੋਈ। ਫਿਰ ਕਿਉਂ ਕਰਦੀ ਹੈ? ਕਹਿੰਦੇ ਮੇਰੀ ਮਰਜ਼ੀ ਜੀ। ਬੀਰਬਲ ਨੇ ਉਸ ਬੀਬੀ ਨੂੰ ਇਸ਼ਾਰਾ ਕੀਤਾ ਵੀ ਤੂੰ ਚਲੀ ਜਾ। ਉੱਠ ਕੇ ਚਲੀ। ਬੀਰਬਲ ਅਕਬਰ ਨੂੰ ਕਹਿੰਦਾ ਤੁਹਾਡੇ ਪ੍ਰਸ਼ਨ ਦਾ ਉੱਤਰ ਮਿਲ ਗਿਆ। ਤੁਸੀਂ ਕਿਹਾ ਸੀ ਬੀਰਬਲ ਹਿੰਦੂ ਰਾਮ ਰਾਮ ਕਿਉਂ ਕਰਦੇ ਨੇ? ਮੈਂ ਕਿਹਾ ਜੀ ਰਾਮ ਮਿਲਦਾ ਹੈ। ਇਸ ਬੀਬੀ ਨੇ ਅਕਬਰ ਅਕਬਰ ਕਿਹਾ, ਤੁਸੀਂ ਆਇਆ ਨਾ ਉਹਨੂੰ ਮਿਲਣ? ਆਇਆ ਮਿਲਣ, ਐਂ ਰਾਮ ਮਿਲਣ ਹੁੰਦਾ। ਇਸ ਲਈ ਵਾਹਿਗੁਰੂ ਵਾਹਿਗੁਰੂ ਕਰਦੇ, ਵਾਹਿਗੁਰੂ ਆਪ ਆਵੇਗਾ। ਅਕਬਰ ਆਇਆ, ਰਾਮ ਵੀ ਆਉਂਦਾ। ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ, ਬਸ ਆਉਣਾ ਹੀ ਆਉਣਾ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਅਰ ਜੋ ਤਹਾਂ ਪ੍ਰੇਮ ਨਿਵ ਲਾਵੈ ਤੋ ਅੱਲਾ ਲਹਿ ਚਰਨ ਸਮਾਵੇ। ਜਿਹੜਾ ਪਿਆਰ ਸਹਿਤ ਕਹਿੰਦੇ ਲਿਵ ਲਾ ਲੈਂਦਾ ਨਾ, ਉਹਨੂੰ ਅੱਲਾ ਦੀ ਪ੍ਰਾਪਤੀ ਹੁੰਦੀ। ਲਹਿ ਪ੍ਰਾਪਤ ਕਰਨਾ, ਉਹਨੂੰ ਅੱਲਾ ਦੀ ਪ੍ਰਾਪਤੀ ਹੁੰਦੀ ਹੈ। ਲਹਿ ਚਰਨ ਸਮਾਵੇ, ਜਦੋਂ ਉਹਨੂੰ ਪ੍ਰਾਪਤੀ ਹੁੰਦੀ ਹੈ ਫਿਰ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਲੀਨ ਹੋ ਜਾਂਦਾ। ਸੋ ਇਸ ਲਈ ਅਸੀਂ ਤਾਂ
ਵਾਹਿਗੁਰੂ 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 ਕਰੀ ਜਾਣ, ਬਸ ਪਿਆਰ ਸਹਿਤ ਕਰੀ ਜਾਣ, ਵਾਜਾ ਮਰੀ ਜਾਣੇ, ਵਾਜਾ ਮਰੀ ਜਾਣੇ। कभी न कभी कोई न कोई तो आएगा, आएगा, विश्वास रखो। एक साखी इसीलिए सुनाई है, साडा विश्वास बाजी, असी गुरु दे हो जाइए। गुरु वाले तो आप हाँ ही हैं, गुरु दे हो जाइए, फिर गुरु साडा हो जाए। रब नूं वाजा मारी जो मारी जो मारी जो, एक दिन वो आ जाएगा भी भाई तू मैनू वाजा मारदा बोल, तैनू की चाहिए, ते कहे मैनू तू ही चाहिए, बस होर की है, होर की चाहिए। जिन्हों रब मिल गया, जिन्हों दाता मिल गया, दाता अपने आप ही आ जाएगा। जिन्हों दाता ही मिल गया, दाता दे अपने आप आ जाएगा। सत्कारयोग साथ समां हो गया। वाहिगुरू जी का खालसा, वाहिगुरू जी की फतेह।